ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੀਆਂ ਅਸ਼ਟਪਦੀਆਂ ਗੌੜੀ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੀਆਂ ਲੈ ਰਹੇ ਸੀਗੇ, ਤੀਸਰੀ ਅਸ਼ਟਪਦੀ ਲਵਾਂਗੇ ਜੀ। 2 ਹੋ ਗਈਆਂ ਸੀ, 222 ਅੰਗ ਦੇ ਉੱਤੇ। ਮਹਾਰਾਜ ਮਿਹਰ ਕਰਨ ਜੀ, ਕਿਉਂਕਿ ਇਹ ਬ੍ਰਹਮ ਬਾਣੀ ਹੈਗੀ ਬਾਈ, ਚੌਥੇ ਪਦ ਦੀ ਬਾਣੀ ਹੈਗੀ। ਇਹਨੂੰ ਵਿਚਾਰਨਾ ਜਿਹੜਾ ਹੈਗਾ ਚੌਥੇ ਪਦ 'ਚ ਜਿਹੜਾ ਹੈਗਾ, ਚੌਥੇ ਪਦ 'ਚ ਪਹੁੰਚਿਆ ਹੋਇਆ ਉਹੀ ਵਿਚਾਰ ਸਕਦਾ ਹੈ ਭਾਈ। ਮੇਰੇ ਵਰਗਾ ਕੀ ਵਿਚਾਰ ਸਕਦਾ ਇਹਨੂੰ? ਆਪਾਂ ਤਾਂ ਯਾਤਰੂ ਹੈਗੇ ਹਾਂ। ਇਸ ਕਰਕੇ ਜੋ ਵੀ ਦਾਤ ਮਿਲਦੀ ਆਪਾਂ ਨੂੰ, ਕੋਈ ਸਾਡਾ ਦਾਵਾ ਨਹੀਂ ਹੈਗਾ ਵੀ ਇਹੀ ਸਹੀ ਹੈਗਾ ਭਾਈ। ਬਸ ਅਸੀਂ ਤਾਂ ਜੋ ਮਾਲਕ ਦੇ ਰਿਹਾ ਹੈ, ਜੋ ਵੀ ਝੋਲੀ 'ਚ ਆਪਣੇ ਪੈ ਰਿਹਾ ਆ, ਬਸ ਵਾਹ ਵਾਹ ਹੈ ਜੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਨਾ ਮਨ ਮਰੈ ਨਾ ਕਾਰਜ ਹੋਏ। ਇੱਕ ਸੈਕਿੰਡ ਜੀ, ਮੈਂ ਨਾ ਇਹ ਖਿੜਕੀ ਬੰਦ ਕਰਦਾ, ਇਹਦਾ ਰਿਫਲੈਕਸ਼ਨ ਆ ਰਿਹਾ। ਮਾਫ ਕਰਨਾ ਜੀ। ਨਾ ਮਨ ਮਰੇ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਨਾ ਮਨ ਮਰੈ ਨਾ ਕਾਰਜ ਹੋਏ। 222 ਅੰਗ ਪਹਿਲੀ ਪਾਤਸ਼ਾਹੀ। ਨਾ ਮਨ ਮਰੈ ਨਾ ਕਾਰਜ ਹੋਏ। ਕਹਿੰਦੇ ਕਾਰਜ ਜਿਹੜਾ ਹੈਗਾ ਸਿੱਧ ਹੋਣਾ ਹੀ ਨਹੀਂ ਹੈ। ਜਿਹੜੀ ਯਾਤਰਾ ਹੈਗੀ ਸੁਰਤ ਦੀ, ਆਤਮਾ ਨੂੰ ਆਤਮਾ ਵਿੱਚ ਮਿਲਣ ਦੀ ਯਾਤਰਾ ਹੈਗੀ, ਆਤਮਾ ਪਰਮਾਤਮਾ ਬੂੰਦ ਸਾਗਰ ਦੇ ਵਿੱਚ, ਅਤੇ ਉਹਦੇ ਵਾਸਤੇ ਜਿਹੜਾ ਹੈਗਾ ਕਹਿੰਦੇ ਮਨ ਨੂੰ ਮਾਰਨਾ ਲਾਜ਼ਮੀ ਹੈ। ਮਨ ਨੇ ਮਰਨਾ ਹੈਗਾ। ਨਾ ਮਨ ਮਰੇ ਨਾ ਕਾਰਜ ਹੋਏ। ਕਹਿੰਦੇ ਤੇਰਾ ਕਾਰਜ ਹੋਣਾ ਹੀ ਨਹੀਂ ਜੇ ਮਨ ਨਹੀਂ ਮਰਿਆ। ਤੇ ਮਨ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਤੂੰ ਆਪਣੇ ਵਿਚਾਰਾਂ ਨੂੰ ਦੇਖਿਆ ਹੀ ਨਹੀਂ, ਤੇ ਤੇਰਾ ਕਾਰਜ ਹੋਣਾ ਹੀ ਨਹੀਂ ਹੈ ਪਿਆਰਿਆ। ਨਾ ਮਨ ਮਰੈ ਨਾ ਕਾਰਜ ਹੋਏ। ਇੰਨਾ ਲਾਜ਼ਮੀ ਹੈਗਾ ਮਨ ਨੂੰ ਮਾਰਨਾ। ਹੁਣ ਇਹ ਮਨ ਨੂੰ ਕਿਵੇਂ ਮਾਰਨਾ ਹੈ? ਮਨ ਕੀ ਮਰਨਾ ਹੈ? ਮਨ ਜਿਹੜਾ ਹੈਗਾ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਨ ਮਾਂ ਦੇ ਪੇਟ ਦੇ ਵਿੱਚ ਸੀਗਾ ਤੇ ਛੁਟਕੀ ਲਿਵ ਲੱਗੀ ਹੋਈ ਸੀ ਉਹਦੇ ਵਿੱਚ। ਇਹ ਨਾ ਆਪਾਂ ਇਹ ਛੋਟਾ ਜਿਹਾ ਆਨੰਦ ਸਾਹਿਬ ਦਾ ਹੈਗਾ, ਇਹਨੂੰ ਲੈ ਹੀ ਲਈਏ, थोड़ा रहस आएगा। माता के उदर में प्रतिपाल करे सो क्यों मनो विसारिय। माता के उदर में प्रतिपाल करे सो क्यों मनो विसारिय। ਕਹਿੰਦੇ ਮਾਂ ਦੇ ਪੇਟ ਦੇ ਵਿੱਚ ਵੀ ਤੇ ਤੇਰੀ ਪਾਲਣਾ ਕਰ ਰਿਹਾ ਸੀ ਮਾਲਕ ਪਰਮਾਤਮਾ। ਉਦੋਂ ਤੈਨੂੰ ਧਿਆਨ ਸਿਮਰਨ ਦਿੱਤਾ ਸੀ, ਤੇਰੀ ਲਿਵ ਲੱਗੀ ਹੋਈ ਸੀਗੀ, ਔਰ ਤੈਨੂੰ ਜਿਹੜਾ ਹੈਗਾ ਇੰਨਾ ਜਿਹੜਾ ਹੈਗਾ ਔਖੀ ਜਗ੍ਹਾ ਦੇ ਉੱਤੇ ਪੁੱਠਾ ਲਟਕਿਆ ਹੋਇਆ ਸੀਗਾ, ਇੰਨੀ ਗੰਦਗੀ ਦੇ ਵਿੱਚ, ਇੰਨੀ ਹੀਟ ਦੇ ਵਿੱਚ, ਉਸ ਜਗ੍ਹਾ 'ਤੇ ਗਰਭ ਮੰਡਲ ਦੇ ਵਿੱਚ ਤੈਨੂੰ ਜਿਹੜਾ ਹੈਗਾ ਕੁਛ ਨਹੀਂ ਹੋਣ ਦਿੱਤਾ ਮਾਲਕ ਨੇ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਮਨੋ ਕਿਉਂ ਵਿਸਾਰੀਏ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਦੇਖ ਤੈਨੂੰ ਅੱਗ ਦੇ ਵਿੱਚ ਵੀ ਆਹਾਰ ਦੇ ਰਿਹਾ ਸੀ ਉਹ ਮਾਲਕ ਪਰਮਾਤਮਾ। ਤੇਰਾ ਆਪਣਾ ਤਾਂ ਕੋਈ ਤੇਰਾ ਕੋਈ, ਤੂੰ ਤਾਂ ਕੁਛ ਕਰਨ ਵਾਲਾ ਜੋਗਾ ਹੀ ਨਹੀਂ ਸੀਗਾ। ਮੂੰਹ ਦੇ ਵਿੱਚ ਹੱਥ ਦੇ ਨਾਲ ਖਾਣ ਜੋਗਾ ਵੀ ਨਹੀਂ ਸੀਗਾ ਤੂੰ। ਉਦੋਂ ਵੀ ਤੈਨੂੰ ਦੇ ਰਿਹਾ ਸੀਗਾ ਮਾਲਕ ਪਰਮਾਤਮਾ। ਐਸੇ ਮਾਲਕ ਪਰਮਾਤਮਾ ਨੂੰ ਮਨ ਦੇ ਵਿੱਚੋਂ ਕਿਉਂ ਵਿਸਾਰ ਦਈਏ? ਇਹੀ ਹੈਗਾ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾਵਾਂਗੇ ਤਾਂ ਮਨ ਮਰਦਾ ਹੈ ਭਾਈ, ਨਹੀਂ ਤਾਂ ਨਹੀਂ ਮਰਦਾ ਮਨ। ਲਿਵ ਲਗਾਉਣੀ ਹੈ ਮਾਲਕ ਦੇ ਨਾਲ, ਲਿਵ ਲੱਗਣੀ ਹੈ। ਕਬੀਰ ਜੀ ਦਾ ਇੱਕ ਹੈਗਾ ਦੋਹਾ, ਕਬੀਰ ਪੋਥੀ ਪੜ ਜਗ ਮੁਆ ਪੰਡਿਤ ਭਇਆ ਨਾ ਕੋਏ।
ਢਾਈ ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ। ਪੱਪਾ ਪੈਰ ਦੇ ਵਿੱਚ ਰਾਰਾ ਤੇ ਲਾਂ ਤੇ ਮੰਮਾ ਢਾਈ ਅੱਖਰ ਬਣਦੇ ਆ। ਢਾਈ ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ। ਇਹ ਪਿਆਰ ਹੀ ਤਾਂ ਪਾਉਣਾ ਹੈ ਆਪਾਂ ਨੇ ਮਾਲਕ ਪਰਮਾਤਮਾ ਦੇ ਨਾਲ। ਧਿਆਨ ਸਿਮਰਨ ਕਰਨਾ, ਇੱਕ ਅੱਖਰ ਦੀ ਭਗਤੀ ਕਰਨੀ, ਸਾਰਾ ਕੁਛ ਕਾਹਦੇ ਵਾਸਤੇ ਕਰਨਾ ਹੈ? ਸਿਰਫ ਪਿਆਰ ਪਾਉਣ ਵਾਸਤੇ ਕਰਨਾ ਹੈ। ਮਾਲਕ ਦੇ ਨਾਲ ਪਿਆਰ ਪੈ ਜਾਏ, ਲਿਵ ਲੱਗ ਜਾਏ। ਮਾਲਕ ਦੇ ਨਾਲ ਪਿਆਰ ਕਿਉਂ ਪਾਉਣਾ ਹੈ? ਕਿਉਂਕਿ ਭਾਈ ਚੋਗਾ ਹੈਗਾ ਦੁਨੀਆ ਦੇ ਵਿੱਚ। 5 ਗਿਆਨ ਇੰਦਰੀਆਂ ਹੈਗੀਆਂ, ਹਰੇਕ ਨੂੰ ਚੋਗਾ ਪਿਆ ਹੋਇਆ। ਮਾਇਆ ਜਿਹੜੀ ਹੈਗੀ ਪੂਰੀ ਦੀ ਪੂਰੀ ਜਿਹੜੀ ਹੈਗੀ ਆ, ਇਹ ਪ੍ਰਕਿਰਤੀ ਜਿਹੜੀ ਹੈਗੀ ਆ, ਇਹ ਕਾਲ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਚੋਗਾ ਖਿਲਾਰ ਕੇ ਬੈਠਾ ਹੋਇਆ। ਸਾਰੀ ਉਮਰ ਜਿਹੜਾ ਹੈਗਾ, ਜਿੰਨੀ ਦੇਰ ਤੱਕ ਆਪਾਂ ਨੇ ਦੁਨੀਆ 'ਚ ਰਹਿਣਾ ਹੈ, ਕਾਲ ਨੇ ਚੋਗਾ ਆਪਣੇ ਸਾਹਮਣੇ ਪੇਸ਼ ਕਰਨਾ ਹੈ। ਇੱਕ ਇੱਕ ਗਿਆਨ ਇੰਦਰੀ ਨੇ ਚੋਗਾ ਫੜਨਾ ਹੈ। ਇੱਕ ਇੱਕ ਗਿਆਨ ਇੰਦਰੀ ਨੇ ਇੰਨਾ ਚੋਗਾ ਪਿਆ ਹੋਇਆ ਹੈ। ਇਸ ਕਰਕੇ ਆਪਾਂ ਨੇ ਭਾਈ ਲਿਵ ਲਾਉਣੀ ਹੈ। ਇਸ ਕਰਕੇ ਧਿਆਨ ਸਿਮਰਨ ਕਰਨਾ, ਇਸ ਕਰਕੇ 2.5 ਅੱਖਰ ਪੜ੍ਹਨੇ ਆ ਪ੍ਰੇਮ ਦੇ। ਮੇਨ ਮਕਸਦ ਹੈਗਾ ਪਿਆਰ, ਪ੍ਰੇਮ। ਭਗਤੀ ਕੀ ਹੈਗੀ? ਪ੍ਰੇਮ। ਬਸ ਮਾਲਕ ਦੇ ਨਾਲ ਪ੍ਰੇਮ ਪਏ। ਇਹ ਮਾਇਆ ਜਿਹੜੀ ਮਾਲਕ ਨੇ ਬਣਾਈ ਹੋਈ ਆ, ਇਹ ਜਿਹੜਾ ਹੈਗਾ ਬ੍ਰਹਮ ਸ਼ਕਤੀ ਦੇ ਦੁਆਰਾ, ਇਹ ਜੇ ਬ੍ਰਹਮ ਪਸਾਰਾ ਹੈਗਾ, ਇਹ ਬ੍ਰਹਮ ਦਾ ਪਸਾਰਾ ਹੈਗਾ। ਮਾਇਆ ਕੀ ਹੈ? ਇਹ ਵੀ ਮਾਲਕ ਹੀ ਹੈਗਾ, ਉਹਦਾ ਹੀ ਪਸਾਰਾ ਹੈਗਾ ਮਾਲਕ ਦਾ, ਉਹਦੇ ਵਿੱਚ ਹੀ ਹੈਗੀ ਮਾਇਆ। ਪਰ ਇਹ ਜਿਹੜਾ ਹੈਗਾ ਇਹ ਖੇਡ ਆ ਮਾਲਕ ਪਰਮਾਤਮਾ ਦੀ। ਇਸੇ ਵਾਸਤੇ ਆਪਾਂ ਆਏ ਹਾਂ। ਇਸ ਖੇਡ ਨੂੰ ਜਿੱਤਣਾ ਹੈ ਆਪਾਂ ਨੇ। ਇਸ ਖੇਡ ਨੂੰ ਜਿੱਤਣਾ ਹੈ ਭਾਈ। ਆਹੀ ਹੈਗਾ ਮਨ ਨੂੰ ਮਾਰਨਾ। ਇਹ ਧੋਖਾ, ਟਰੈਪ, ਇਹ ਪਦਾਰਥ, ਇਹ ਜਿਹੜਾ ਹੈਗਾ ਬੱਚੇ, ਘਰਵਾਲੀ, ਰਿਸ਼ਤੇਦਾਰ, ਸੰਬੰਧੀ, ਇਹ ਮੋਹ, ਇਸ ਚੋਂ ਮਨ ਨੂੰ ਮਾਰਨਾ ਹੈਗਾ। ਗੁਰਮੀਤ ਜੀ ਆਪਣਾ ਕੈਮਰਾ ਬੰਦ ਕਰ ਦਿਓ ਪਲੀਜ਼। ਕੈਮਰੇ ਦੀ ਲੋੜ ਨਹੀਂ ਹੈ, ਕੈਮਰਾ ਬੰਦ ਕਰ ਦੇਣਾ ਜੀ ਪਲੀਜ਼। हाँ, बहुत बढ़िया, थैंक यू। माता के उदर में प्रतिपाल करे सो क्यों मनो विसारिए। कहते देख ला, ਜਿਹੜਾ ਮਾਲਕ ਪਰਮਾਤਮਾ ਮਾਂ ਦੇ ਪੇਟ ਦੇ ਵਿੱਚ ਵੀ ਤੇਰੀ ਰੱਖਿਆ ਕਰਦਾ ਹੈ, ਪਾਲਣਾ ਕਰਦਾ ਹੈ, ਉਹਨੂੰ, ਐਸੇ ਮਾਲਕ ਨੂੰ, ਐਸੇ ਪਾਵਰਫੁਲ ਨੂੰ। ਕਿਉਂਕਿ ਪਰਮਾਤਮਾ ਜਿਹੜਾ ਹੈਗਾ ਆਕਾਰ ਦੇ ਵਿੱਚ ਵੀ ਉਹੀ ਹੈਗਾ, ਨਿਰਾਕਾਰ ਵੀ ਉਹੀ ਹੈਗਾ, ਔਰ ਆਪਾਂ ਨੂੰ ਬਣਾਉਣ ਵਾਲਾ ਵੀ ਉਹੀ ਹੈ, ਆਪਣੇ ਅੰਦਰ ਵੀ ਉਹੀ, ਆਪਣੇ ਬਾਹਰ ਵੀ ਉਹੀ ਹੈ। ਹਰ ਚੀਜ਼ ਜਿਹੜੀ ਹੈਗੀ ਮਾਲਕ ਪਰਮਾਤਮਾ ਦਾ, ਉਹਦਾ ਹੀ ਕ੍ਰਿਸ਼ਮਾ ਹੈਗੇ ਆਪਾਂ। ਐਸੇ ਮਾਲਕ ਨੂੰ ਆਪਾਂ ਵਿਸਾਰ ਦਈਏ ਤੇ ਗੱਲ ਹੀ ਨਹੀਂ ਬਣ ਸਕਦੀ। ਜੇ ਮਾਲਕ ਦੇ ਨਾਲ ਪਿਆਰ ਨਹੀਂ ਪਿਆ ਤੇ ਇਹ ਗਤੀ ਚੱਲਦੀ ਰਹੇਗੀ। ਮਾਲਕ ਦੇ ਨਾਲ ਪਿਆਰ ਨਹੀਂ ਪਿਆ ਤੇ ਪਿਆਰ ਤਾਂ ਕਿਤੇ ਪਾਵਾਂਗੇ ਆਪਾਂ। ਪਿਆਰ ਤੋਂ ਬਗੈਰ ਤਾਂ ਰਹਿ ਹੀ ਨਹੀਂ ਸਕਦੇ ਆਪਾਂ। ਸਵਾਲ ਹੀ ਨਹੀਂ ਹੁੰਦਾ ਪਿਆਰ ਤੋਂ ਬਗੈਰ ਨਿਊਟਰਲ ਕੋਈ ਰਹਿ ਜਾਏ। ਇਹਦਾ ਮਤਲਬ ਮਾਇਆ ਦੇ ਨਾਲ ਪਿਆਰ ਪਾਵਾਂਗੇ ਆਪਾਂ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਿਉਂ ਕਹਿੰਦੇ ਦੇਖ, ਅੱਗ ਦੇ ਵਿੱਚ ਤੈਨੂੰ ਮਾਂ ਦੇ ਪੇਟ 'ਚ ਆਹਾਰ ਦੇ ਰਿਹਾ ਮਾਲਕ ਪਰਮਾਤਮਾ, ਉਹਨੂੰ ਮਨ ਤੋਂ ਕਿਉਂ ਵਿਸਾਰ ਦਿੰਦਾ ਹੈ? ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਬਸ ਦੇਖ ਲਓ, ਜਿਹਦਾ ਪਿਆਰ ਪੈ ਗਿਆ, ਲਿਵ ਕੀ ਹੈ? ਪਿਆਰ। ਜਿਹਦਾ ਪਿਆਰ ਪੈ ਗਿਆ ਮਾਲਕ ਪਰਮਾਤਮਾ ਨੇ, ਉਸ ਨੂੰ ਇਹ ਜਿਹੜੇ ਹੈਗੇ ਆ, ਉਸ ਦਾ ਮਨ ਮਰ ਗਿਆ ਭਾਈ। ਉਹਨੂੰ ਇਹ ਜਿਹੜੀ ਹੈਗੇ ਆ, ਇਹ ਚੋਗਾ ਜਿਹੜਾ ਹੈਗਾ ਲੈ ਕੇ, ਕਾਲ ਜਿਹੜਾ ਹੈਗਾ, ਮਾਇਆ ਜਿਹੜੀ ਹੈਗੀ ਪਰੋਸਦੀ ਆ, ਨਹੀਂ ਉਹਨੂੰ ਚੰਗਾ ਲੱਗਦਾ। ਓਨਾ ਹੀ ਚੁੱਕਦਾ ਜਿੰਨੇ ਕਿਦੀ ਡਿਮਾਂਡ ਆ। ਜਿਵੇਂ ਆਪਾਂ ਜਿਹੜੇ ਵਿਆਹ 'ਤੇ ਜਾਂਦੇ ਆ ਨਾ, ਕੋਈ ਜਿਹੜੇ ਗੇਟ ਦੇ ਉੱਤੇ ਖੜੇ ਹੁੰਦੇ, ਮਾੜਾ ਟੁਕੜਾ ਚੁੱਕਦੇ ਸਾਰੇ। ਉਸੇ ਤਰੀਕੇ ਦੇ ਨਾਲ ਆਪਾਂ ਨੂੰ ਜਿਹੜਾ ਹੈਗਾ, ਜਿੰਨੀ ਕੁ ਨੀਡ ਹੈਗੀ ਓਨਾ ਕੁ ਯੂਜ਼ ਕਰਨਾ ਹੈ। ਉਸ ਨੂੰ ਕਿਉਂ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ। ਦੇਖੋ, ਲਿਵ ਵੀ ਮਾਲਕ ਨੇ ਲਾਉਣੀ ਆ ਭਾਈ। ਕਹਿੰਦੇ ਲਿਵ ਮਾਲਕ ਨੇ ਲਾਉਣੀ ਆ। ਲਿਵ ਲਾਉਣ ਵਾਸਤੇ ਗੁਰੂ, ਬ੍ਰਹਮ ਗਿਆਨੀ, ਇਹ ਗੁਰਮਤ, ਇਹ ਗਾਈਡ, ਇਹ ਸਾਰੇ ਹੈਗੇ ਭਾਈ। ਕਿਵੇਂ ਲਿਵ ਲੱਗਣੀ ਆ? ਇਹ ਗੁਰੂ ਦੀ ਮੱਤ ਹੈਗੀ ਆ, ਇਹਦੇ ਦੁਆਰਾ ਲਿਵ ਲੱਗਣੀ ਆ। ਕਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ।
ਕਹਿੰਦੇ ਐਸਾ ਮਾਲਕ ਪਰਮਾਤਮਾ ਕਹਿੰਦੇ ਮਨ ਤੋਂ ਕਿਉਂ ਵਿਸਾਰਦੀ ਹੈ, ਜਿਹੜਾ ਕਿ ਆਪਣੀ ਜਿਹੜੀ ਹੈਗੀ ਆ ਇਹ ਖੇਡ ਜਿਤਾ ਦਿੰਦਾ ਹੈ, ਜਿਹੜਾ ਮਨ ਨੂੰ ਮਾਰ ਦਿੰਦਾ ਹੈ। ਅਗਲਾ ਵੀ ਲੈ ਲਈਏ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਦੇਖ ਲਾ, ਮਾਂ ਦੇ ਪੇਟ 'ਚ ਜਿਵੇਂ ਅੱਗ ਹੈਗੀ ਆ ਤੇ ਉੱਥੇ ਤੂੰ ਬਚ ਕੇ ਆ ਗਿਆ, ਤੇ ਹੁਣ ਜਿਹੜਾ ਬਾਹਰ ਜਿਹੜੇ ਹੈਗੇ ਇਹ ਚੋਗਾ ਜੋ ਖਿਲਾਰਿਆ ਹੋਇਆ ਕਾਲ ਨੇ, ਇਹ ਵੀ ਉਹੀ ਚੀਜ਼ ਹੈਗੀ। ਉਸ ਤਰ੍ਹਾਂ ਹੀ ਇੱਥੇ ਵੀ ਬਚ ਸਕਦਾ ਹੈ, ਇੱਥੇ ਵੀ ਹੈਗਾ ਨੁਕਤਾ ਬਚਣ ਦਾ, ਪਰ ਇੱਥੇ ਤੇਰੇ ਹੱਥ ਦੇ ਵਿੱਚ ਹੈਗਾ, ਤੇਰੀ ਮਰਜ਼ੀ ਦੇ ਉੱਤੇ ਹੈਗਾ। ਇੱਥੇ ਤੇਰੀ ਮਰਜ਼ੀ ਦੇ ਉੱਤੇ ਹੈਗਾ, ਉੱਥੇ ਤੇਰੀ ਆਪਸ਼ਨ ਨਹੀਂ ਸੀਗੀ, ਮਾਲਕ ਨੇ ਬਚਾਉਣਾ। ਇੱਥੇ ਤੇਰੀ ਆਪਸ਼ਨ ਹੈਗੀ, ਆਹ ਖੇਡ ਹੈਗੀ, ਇੱਥੇ ਚੁਆਇਸ ਹੈਗੀ ਆਪਣੀ, ਵੀ ਬਚ ਤੇ ਚਾਹੇ ਸੜ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਕਹਿੰਦੇ ਮਾਇਆ ਤੇ ਅੱਗ ਸਾਰੀ ਇੱਕੋ ਜਿਹੀ ਆ ਭਾਈ। ਇਹ ਮਾਇਆ ਤੇ ਮਾਂ ਦੇ ਪੇਟ ਦੀ ਅੱਗ ਇੱਕੋ ਹੀ ਆ। ਤੂੰ ਸੋਚ ਨਹੀਂ ਪਾ ਰਿਹਾ ਉਸ ਗੱਲ ਨੂੰ। ਇਹ ਖੇਡ, ਇਹ ਬਾਹਰ ਜਿਹੜਾ ਹੈ ਜੋ ਖੇਡ ਹੈ, ਇਹ ਮਾਲਕ ਪਰਮਾਤਮਾ ਨੇ ਇਹੀ ਤਾਂ ਖੇਲ ਰਚਾਇਆ ਹੋਇਆ ਹੈ ਵੀ ਆਹ ਅੱਗ ਮੈਂ ਪਾਈ ਹੋਈ ਹੈ, ਇਹਦੇ ਤੋਂ ਬਚ ਕੇ ਲੰਘਣਾ ਹੈ। ਹੁਣ ਜੇ ਦੇਖੋ ਅੱਗ ਲੱਗੀ ਹੋਏ ਤੇ ਆਪਾਂ ਬਚਣ ਦੇ ਜੋ ਪ੍ਰਯੋਜਨ ਕਰਦੇ, ਆਪਾਂ ਨੂੰ ਪਤਾ ਹੀ ਨਹੀਂ ਭਾਈ ਅੱਗ ਲੱਗੀ ਹੋਈ, ਅਸੀਂ ਅੱਗ ਦੇ ਵਿੱਚ ਹੈਗੇ। ਕਿਹਨੂੰ ਪਤਾ ਹੈ? ਆਪਾਂ ਤਾਂ ਸਗੋਂ ਅੱਗ ਦੇ ਵਿੱਚ ਜਿਹੜਾ ਹੈ ਕਿ ਜਾ ਕੇ ਅੱਗ ਦੇ ਵਿੱਚ ਮਚੀ ਜਾ ਰਹੇ। ਇੰਨੀ ਉਮਰ ਦੇਖ ਲਓ ਹੋ ਗਈ ਮੱਚਦਿਆਂ ਨੂੰ। ਆਪਾਂ ਤਾਂ ਚਾਹੁੰਦੇ ਹਾਂ ਵੀ ਸੜ ਜਾਈਏ ਆਪਾਂ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਹੈ ਖੇਲ ਰਚਾਇਆ। ਉਸ ਮਾਲਕ ਪਰਮਾਤਮਾ ਨੇ ਖੇਲ ਰਚਾਇਆ ਹੋਇਆ ਭਾਈ। ਖੇਲ ਲਿਖਿਆ ਲੱਲੇ ਨੂੰ ਔਂਕੜਿਆ ਭਾਈ। ਸਮਝ ਲੈ ਇਸ ਖੇਡ ਨੂੰ, ਇਹ ਖੇਲ ਆ ਖੇਲ। ਇਸ 'ਚੋਂ ਕੋਈ ਖੱਟੀ ਨਹੀਂ ਹੋਣੀ ਤੇਰੀ, ਕੁਛ ਲੈ ਕੇ ਨਹੀਂ ਜਾਣਾ ਇਸ ਖੇਲ 'ਚੋਂ। ਜਿੱਤ ਸਕਦਾ ਹੈ ਹਾਂ। ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਓ, ਮਾਲਕ ਦੀ ਮਰਜ਼ੀ ਹੋ ਗਈ, ਉਹਦੀ ਮਰਜ਼ੀ ਹੋ ਗਈ, ਤੇ ਉਹਨੇ ਆਪਾਂ ਨੂੰ ਮਨੁੱਖਾ ਜੂਨ ਦੇ ਦਿੱਤੀ। ਨਹੀਂ ਤਾਂ ਗਰਭ ਦੇ ਵਿੱਚ ਹੀ ਜਿਹੜਾ ਹੈਗਾ ਗਰਭਪਾਤ ਹੋ ਜਾਏ। ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਔਰ ਇੰਨਾ ਪਰਿਵਾਰ ਮਿਲ ਗਿਆ। ਆ ਜਿਹੜਾ ਹੈ ਸਾਰਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਓ, ਬਾਹਰ ਆਇਆ, ਬਸ ਸ਼ੁਰੂ ਹੋ ਗਈ ਕਾਰਵਾਈ। ਬਾਹਰ ਆਉਣ ਸਾਰ ਜਿਹੜਾ ਆਖਰੀ ਮਰਨ ਤੱਕ ਜਿਹੜੀ ਹੈ ਮਾਇਆ ਨੇ ਚੋਗਾ ਖਿਲਾਰ ਕੇ ਰੱਖਣਾ। ਲਿਵ ਛੁਟਕੀ, ਕਹਿੰਦੇ ਲਿਵ ਛੁੱਟ ਗਈ ਹੁਣ, ਬਸ ਤ੍ਰਿਸ਼ਨਾ ਲੱਗ ਗਈ ਹੁਣ ਮਾਇਆ ਦੀ। ਮਾਇਆ ਨੇ ਅਮਰ ਕੀ ਕਹਿੰਦੇ, ਮਾਇਆ ਦਾ ਹੁਕਮ ਚੱਲ ਪਿਆ ਹੁਣ। ਮਾਇਆ ਦਾ ਹੁਕਮ ਆ ਗਿਆ, ਕਾਲ ਦਾ ਹੁਕਮ ਆ ਗਿਆ। ਬਾਹਰ ਦੁਨੀਆ ਦੇ ਵਿੱਚ ਕਾਲ ਦਾ ਰਾਜ ਆ, ਮਾਇਆ ਦਾ ਰਾਜ ਆ। ਇੱਕ ਮਾਲਕ ਹੈਗਾ, ਇੱਕ ਮਾਇਆ ਹੈਗੀ ਮਾਲਕ ਦੀ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਆ ਮਾਇਆ ਆ ਭਾਈ। ਮਾਇਆ ਨੂੰ ਕੀ ਕਿਹਾ ਹੋਇਆ ਹੈ? ਮਾਇਆ ਨੂੰ ਕੀ ਆਰਡਰ ਹੈਗਾ ਵੀ ਬੰਦੇ ਨੂੰ ਭਗਤੀ ਵੱਲ, ਪਰਮਾਤਮਾ ਵੱਲ, ਇਹ 2.5 ਅੱਖਰ ਪ੍ਰੇਮ ਦੇ ਨਹੀਂ ਇਹਨੂੰ ਯਾਦ ਕਰਨ ਦੇਣੇ। ਇਹ ਮਾਇਆ ਜਿਤ ਹਰ ਵਿਸਰੈ, ਇਹਨੂੰ ਭੁਲਾ ਦੇਣਾ ਹੈ। ਇਹਨੂੰ ਐਸਾ ਚੋਗਾ ਖਿਲਾਉਣਾ ਹੈ, ਐਸਾ ਹੀ ਲੋਰੀਆਂ ਦੇਣੀਆਂ ਇਹਨੂੰ, ਇੰਨਾ ਮੋਹ ਪਾ ਦੇਣਾ ਇਹਨੂੰ। ਇਹ ਮਾਇਆ ਆਇਆ ਮਾਇਆ ਭਾਈ। ਆਪਾਂ ਕਹਿੰਦੇ ਮਾਇਆ ਪੈਸਾ ਹੈਗਾ, ਕਿਆ ਜਿਹੜੀ ਕਿ ਦੇਖੋ ਕਿੰਨੀ ਛੋਟੀ ਜਿਹੀ ਆਪਾਂ ਨੇ ਕਿੰਨਾ ਜਿਹੜਾ ਬ੍ਰਹਮ ਗਿਆਨ ਨੂੰ ਕਿੰਨਾ ਛੋਟਾ ਜਿਹਾ ਕਰ ਦਿੱਤਾ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਬਸ ਮੋਹ ਪੈਦਾ ਹੋ ਗਿਆ। ਕੋਈ ਵੀ ਚੀਜ਼, ਜੋ ਵੀ ਆਕਾਰ, ਜੋ ਕੁਛ ਵੀ ਦਿਸ ਰਿਹਾ ਹੈ ਤੈਨੂੰ, ਉਹਦੇ ਨਾਲ ਤੇਰਾ ਮੋਹ ਪੈਦਾ ਹੋ ਗਿਆ। ਬਸ ਜਿਹੜੀ ਚੀਜ਼ ਦੇ ਨਾਲ ਤੇਰਾ ਮੋਹ ਪੈਦਾ ਹੋ ਗਿਆ, ਮਾਲਕ ਪਰਮਾਤਮਾ ਤੋਂ ਇਲਾਵਾ ਸਮਝ ਲਾ ਮਾਇਆ ਆ ਭਾਈ। ਉਹਨੇ ਤੈਨੂੰ ਦੂਜਾ ਪਿਆਰ, ਭਾਵ ਕਹਿੰਦੇ ਪਿਆਰ ਨੂੰ, ਮੋਹ ਪੈਦਾ ਹੋ ਗਿਆ, ਪਿਆਰ ਪੈਦਾ ਹੋ ਗਿਆ। ਇਹ ਮਾਇਆ ਜਿੱਤ ਹਰ ਵਿਸਰੇ, ਪਰਮਾਤਮਾ ਭੁੱਲ ਗਿਆ, ਧਿਆਨ ਸਿਮਰਨ ਭਗਤੀ ਭੁੱਲ ਗਈ, ਕਾਹਦੇ ਵਾਸਤੇ ਆਇਆ ਭੁੱਲ ਗਿਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਗੁਰੂ ਦਾ ਪ੍ਰਸਾਦ, ਆਹੀ ਗੁਰੂ ਦਾ ਪ੍ਰਸਾਦ ਹੈ। ਆਹੀ ਬਾਣੀ 1430 ਅੰਗ, ਹੋਰ ਵੀ ਜਿਹੜੇ ਹੈਗੇ ਧਾਰਮਿਕ ਜਿਹੜੇ ਹੈਗੇ ਗ੍ਰੰਥ, ਆਹੀ
ਭਾਈ ਲਿਵ ਲਗਾਉਣ ਵਾਸਤੇ। ਲਿਵ ਕੀ ਹੈ? ਪਿਆਰ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲੱਗੀ ਤਿਨੇ ਵਿੱਚੇ ਮਾਇਆ ਪਾਇਆ। ਉਹਨਾਂ ਨੇ ਮਾਇਆ ਦੇ ਵਿੱਚ ਹੀ ਪ੍ਰਾਪਤ ਕਰ ਲੈਣਾ ਹੈ। ਆਇਆ ਮਨ ਨੂੰ ਮਾਰਨਾ ਪਾਈ। ਤੇ ਕਾਰਜ ਸਿੱਧ ਨਹੀਂ ਹੋਣਾ ਪਾਏ। 222 ਅੰਗ ਤੋਂ ਹੈਗੇ ਆ ਨਵੇਂ ਆਏ ਜਿਹੜੇ, ਉਹਨਾਂ ਦੇ ਵਾਸਤੇ ਗੌੜੀ ਗੁਆਰੇ ਦੀ ਮਹੱਲਾ ਪਹਿਲਾ, ਨਾ ਮਨ ਮਰੈ ਨਾ ਕਾਰਜ ਹੋਏ। ਕਿਉਂ ਨਹੀਂ ਮਨ ਮਰਦਾ? ਮਨ ਵਸ ਦੂਤਾਂ। ਦੂਤ ਕੀ ਹੈਗੇ? ਦੂਤ ਹੈਗਾ ਕਾਲ। ਮਾਇਆ ਕਾਲ ਦੇ ਕਰਿੰਦੇ ਦੂਤ ਹੈਗੇ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਸਾਰੇ ਜੋ ਚੋਗਾ ਖਿਲ ਰਿਹਾ ਪਿਆ ਹੈ। ਮਨ ਵਸ ਦੂਤਾਂ, ਮਨ ਨੇ ਵਸ ਕਰ ਲਿਆ ਉਹਨੂੰ, ਮਾਇਆ ਨੇ ਵਸ ਕਰ ਲਿਆ, ਕੰਟਰੋਲ ਕਰ ਗਿਆ। ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਲੱਗ ਗਈ ਮਾਇਆ, ਅਮਰ ਵਰਤਾਇਆ। ਮਨ ਵਸ ਦੂਤਾਂ ਦੁਰਮਤ, ਇਹ ਭੈੜੀ ਮਾਤਿਆ ਪਾਏ। ਦੋਏ ਕਿਉਂ? ਆ ਦੋਏ ਹੋ ਗਈ ਪਾਏ, ਕਿਉਂਕਿ ਆਪਾਂ ਇਹਨੂੰ ਪਸੰਦ ਕਰ ਲਿਆ। ਮਾਲਕ ਪਰਮਾਤਮਾ ਦੀ ਜਗ੍ਹਾ ਇਹਨੂੰ ਪਸੰਦ ਕਰ ਲਿਆ, ਤਾਂ ਇਹ ਦੋਏ ਆ। ਮਨ ਵਸ, ਜੇ ਇਹਨੂੰ ਯੂਜ਼ ਕਰਦਾ ਰਹਿੰਦਾ, ਲਿਵ ਮਾਲਕ ਵੱਲ ਲੱਗੀ ਰਹਿੰਦੀ ਤੇ ਕੋਈ ਪ੍ਰੋਬਲਮ ਨਹੀਂ ਆਉਣੀ ਸੀ। ਮਨ ਵਸ ਦੂਤਾਂ ਦੁਰਮਤ ਦੋਏ, ਮਨ ਮਾਨੇ ਗੁਰ ਤੇ ਇੱਕ ਹੋਏ। ਬਸ ਮਨ ਨੇ ਤਾਂ ਮੰਨਣਾ ਹੈ ਪਾਏ, ਜੇ ਆ ਗਿਆਨ ਬ੍ਰਹਮ ਗਿਆਨ ਜੋ ਆਪਾਂ ਵਿਚਾਰ ਰਹੇ, ਇਹ ਗੁਰੂ ਤੋਂ ਜਿਹੜਾ ਹੈਗਾ ਇੱਕ ਮਾਲਕ ਪਰਮਾਤਮਾ ਦੇ ਨਾਲ ਲਿਵ ਲੱਗ ਜਾਏ। ਇਹ ਮਾਇਆ ਵੀ ਉਸੇ ਦੇ, ਇਹਦੇ ਵਿੱਚ ਵੀ ਉਸੇ ਨੂੰ ਦੇਖੇ। ਦੇਖੋ ਕਿੰਨਾ ਜਿਹੜਾ ਹੈਗਾ ਪਹਿਲੀ ਪਾਤਸ਼ਾਹੀ ਦਾ ਇੱਕ ਬੰਦ ਹੋਇਆ, ਇੱਕ ਜਿਹੜਾ ਹੈਗਾ ਦੇਖੋ ਇੱਕ ਬੰਦ ਦੇ ਵਿੱਚ ਜਿਹੜਾ ਹੈਗਾ ਇੰਨਾ ਗਿਆਨ, ਕਮਾਲ ਹੋਈ ਪਈ ਹੈ, ਕਮਾਲ ਹੋਈ ਪਈ ਹੈ। ਹਾਲੇ ਰਹਾਉ ਨਹੀਂ ਆਇਆ। ਨਿਰਗੁਣ ਰਾਮ ਗੁਣੈ ਵਸ ਹੋਏ। ਕਹਿੰਦੇ ਪਰਮਾਤਮਾ ਜਿਹੜਾ ਹੈਗਾ ਦੇਖ ਆਕਾਰ ਦੇ ਵਿੱਚ ਨਹੀਂ ਆ, ਇਹ ਆਕਾਰ ਜਿਹੜਾ ਹੈਗਾ ਉਹਦੀ ਸ਼ਕਤੀ ਹੈਗੀ। ਨਿਰਗੁਣ ਆ ਉਹ। ਨਿਰਗੁਣ ਦਾ ਮਤਲਬ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭ ਭਿੰਨ ਆਇਆ ਨਿਰਗੁਣ। ਔਰ ਸਾਰੇ ਗੁਣ ਆ ਉਹਦੇ ਵਿੱਚ, ਇਹ ਨਹੀਂ ਹੈ ਵੀ ਬਗੈਰ ਗੁਣਾਂ ਦੇ ਨਿਰਗੁਣ। ਇਹ ਨਿਰਗੁਣ ਬਗੈਰ ਗੁਣਾਂ ਦੇ ਵੀ ਵਰਤਿਆ ਹੈ, ਬਾਣੀ ਦੇ ਵਿੱਚ ਆਉਂਦਾ। ਇਹਦੇ ਦੋ ਮੀਨਿੰਗ ਹੈਗੇ। ਬੁੱਧੀ ਦੇ ਨਾਲ ਆਪਾਂ ਵਿਵੇਕ ਦੇ ਨਾਲ ਪਤਾ ਲੱਗ ਜਾਂਦਾ ਕਿ ਇੱਥੇ ਕੀ ਕਿਸ ਅਰਥ 'ਚ ਆ ਰਿਹਾ ਹੈ। ਨਿਰਗੁਣ ਰਾਮ, ਉਹ ਮਾਲਕ ਪਰਮਾਤਮਾ ਜਿਹੜਾ ਰਮਿਆ ਹੋਇਆ, ਰਾਮ ਦੇ ਮੰਮੇ ਨੂੰ ਔਂਕੜ ਲੱਗੀ ਹੋਈ ਹੈ। ਕਿਹੜਾ ਰਾਮ? ਕਿਹਦੀ ਗੱਲ ਕਰ ਰਿਹਾ ਮੈਂ? ਗੁਣਾਂ ਵਸ ਹੋਏ। ਯਾਦ ਰੱਖ ਲਾ ਮਿੱਤਰਾ, ਮਾਲਕ ਪਰਮਾਤਮਾ ਗੁਣਾਂ ਦੇ ਵਾਸਿਆ। ਤੈਨੂੰ ਮਾਲਕ ਦੇ ਨਾਲ ਜਿਹੜਾ ਹੈਗਾ ਸਾਥ ਚਾਹੀਦਾ ਆ, ਮਾਲਕ ਦੇ ਨਾਲ ਮਿਲਣਾ ਚਾਹੁੰਦਾ ਹੈ, ਮਾਲਕ ਨੂੰ ਅੰਦਰ ਪ੍ਰਗਟ ਕਰਨਾ ਚਾਹੁੰਦਾ ਹੈ, ਤੇ ਪਿਆਰਿਆ ਗੁਣ ਲੈਣੇ ਪੈਣੇ ਆ। ਉਹਨੂੰ ਗੁਣ ਚਾਹੀਦੇ ਆ। ਅਵਗੁਣ ਆਟੋਮੈਟਿਕਲੀ ਚਲੇ ਜਾਣਗੇ, ਗੁਣ ਗ੍ਰਹਿਣ ਕਰ ਲਏਗਾ ਤੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਆ ਗੁਣ ਹੈਗੇ, ਬੇਸਿਕ ਗੁਣ, ਫੰਡਾਮੈਂਟਲ। ਨਿਰਗੁਣ ਰਾਮ ਗੁਣੈ ਵਸ ਹੋਏ। ਆਪ ਨਿਵਾਰ ਵਿਚਾਰੇ ਸੋਏ। ਆਪ ਨਿਵਾਰਨਾ ਹੈ ਪਾਏ, ਆਹ ਗੱਲ ਵਿਚਾਰਨੀ ਹੈ ਪਾਏ। ਮੇਨ ਖੇਡ ਹੈਗੀ ਆਪ ਆਪਣੀ ਹਉਮੈ। ਮੈਂ ਸਰੀਰ ਨਹੀਂ ਹੈਗਾ, ਮੈਂ ਕਰਤਾ ਨਹੀਂ ਹੈਗਾ। ਆਪ ਨਿਵਾਰ ਵਿਚਾਰੇ ਸੋਏ। ਰਹਾਓ। ਹੁਣ ਦੇਖ ਲਓ ਵੀ ਮਨ, ਹੁਣ ਮਨ ਦੇ ਬਾਰੇ ਦੱਸ ਰਹੇ ਭਾਈ ਜਿਹਨੂੰ ਵਸ 'ਚ ਕਰਨਾ ਹੈ। ਮਨ ਭੂਲੋ ਸਿਰੇ ਆਵੇ ਭਾਰ। ਬਸ ਕਹਿੰਦੇ ਮਨ ਭੁੱਲ ਗਿਆ। ਹੁਣ ਤ੍ਰਿਸ਼ਨਾ ਲੱਗ ਗਈ, ਮਾਇਆ ਨੇ ਅਮਰ ਵਰਤਾ ਦਿੱਤਾ, ਮਾਇਆ ਦੇ ਵਿੱਚ ਚੱਲ ਪਿਆ। ਹੁਣ ਖੇਡ ਚੱਲ ਪਈ ਮਾਇਆ ਦੀ, ਉਹਦੀ ਬਸ ਕਰਨ ਲੱਗ ਪਿਆ। ਮਾਇਆ ਭੋਗ ਵਿਲਾਸ ਮਾਇਆ ਦੇ ਜਿਹੜੇ ਹੈਗੇ, ਬਸ ਉਹਦੇ ਨਾਲ ਪਾਪ ਇਕੱਠੇ ਕਰਨ ਲੱਗ ਪਿਆ। ਭਾਰ ਹੁਣ ਸਿਰ ਦੇ ਉੱਤੇ ਸੰਸਕਾਰ ਬਣਨ ਲੱਗ ਪਏ। ਆਹ ਭਾਰ ਆ ਸਿਰ ਦੇ ਉੱਤੇ। ਕਿੰਨਾ ਜਿਹੜੇ ਅਵਗੁਣ, ਕਿੰਨੇ ਪਾਪ। ਮਨ ਭੂਲੋ ਸਿਰ ਆਵੇ ਭਾਰ। ਕਹਿੰਦੇ ਤੈਨੂੰ ਭੁਗਤਣੇ ਪੈਣੇ ਆ, ਤੇਰੇ ਸਿਰ ਤੇ ਭਾਰ ਆ ਗਿਆ। ਉਹਨਾਂ ਨੇ ਉਹ ਸੰਸਕਾਰ ਬਣ ਗਏ। ਅੱਗੇ ਦੀ ਤੇਰਾ ਗਤੀ ਜਿਹੜੀ ਹੈਗੀ ਉਹ ਸੰਸਕਾਰਾਂ ਦੇ ਅਧੀਨ ਚੱਲੇਗੀ। ਹੌਲੀ ਹੌਲੀ ਆਪਾਂ ਇੱਕ ਕਰਮ ਕਰੀ ਜਾਓ, ਦੇਖ ਲਓ ਉਹ ਆਦਤ ਪੈ ਜਾਏਗੀ। ਚਾਹ ਦੀ ਆਦਤ ਪਾ ਲਓ, 21 ਦਿਨ ਬਾਅਦ ਜਿਹੜਾ ਹੈਗਾ ਉਹ
ਤੁਹਾਨੂੰ ਚਾਹ ਦੇ ਬਗੈਰ ਚੈਨ ਨਹੀਂ ਆਉਣਾ। ਮਨ ਭੂਲੋ ਸਿਰ ਆਵੇ ਭਾਰ। ਕੋਈ ਵੀ ਜਿਹੜੀ ਹੈ ਸਾਇੰਟੀਫਿਕਲੀ ਕਹਿੰਦੇ ਆ 21 ਦਿਨ ਤੱਕ ਕਰ ਲਓ ਕੋਈ ਵੀ ਚੀਜ਼, ਬਸ ਉਸ ਤੋਂ ਬਾਅਦ ਆਦਤ ਪੈ ਜਾਏਗੀ ਤੁਹਾਨੂੰ। ਮਨ ਭੂਲੋ ਸਿਰ ਆਵੇ ਭਾਰ, ਮਨ ਮਾਨੇ ਹਰ ਏਕ ਅੰਕਾਰ। ਹਾਲੇ ਵੀ ਭਾਈ ਹੈ ਤੇਰੇ ਕੋਲ ਆ ਮਨੁੱਖਾ ਸਰੀਰ ਮਿਲਿਆ ਹੀ ਇਸ ਵਾਸਤੇ ਆ ਭਾਈ, ਮਨ ਪਤੰਦਰ ਨੂੰ ਮਨਾਉਣ ਵਾਸਤੇ। ਇਹਨੇ ਮੰਨਣਾ ਹੈ ਇੱਕ, ਜੇ ਡੁਆਲਿਟੀ ਛੱਡ ਦੇਗਾ ਮਾਇਆ ਦੇ ਵਿੱਚ, ਇਹ ਸੰਸਾਰ ਜੋ ਦਿਸ ਰਿਹਾ ਹੈ ਚੋਗਾ, ਉਹ ਮਾਲਕ ਪਰਮਾਤਮਾ ਸਮਝ ਲਏਗਾ ਵੀ ਇਹ ਉਹਦਾ ਜਿਹੜਾ ਹੈਗਾ ਖੇਡ ਹੈਗੀ ਆ। ਇਹ ਖੇਡ 'ਚ ਮੈਂ ਚੋਗੇ 'ਚ ਟਰੈਪ 'ਚ ਮੈਂ ਫਸਣਾ ਨਹੀਂ ਆ, ਤਾਂ ਮਨ ਮੰਨ ਜਾਏਗਾ ਭਾਈ। ਮਨ ਭੂਲੋ, ਹਾਂਜੀ ਮਨ ਭੁੱਲੋ ਬਹੁਤ ਚਿਤੇ ਵਿਕਾਰ, ਇਹਦੇ ਬਾਰੇ ਦੱਸਿਓ ਜੀ। ਹਾਂ, ਮਨ ਭੂਲੋ ਬਹੁਤ ਚਿਤੇ ਵਿਕਾਰ। ਮਨ ਭੁੱਲ ਗਿਆ, ਮਾਇਆ ਦੇਖ ਲਈ, ਚੋਗਾ ਦੇਖ ਲਿਆ, ਇਹਨੇ ਹੁਣ ਜਿਹੜਾ ਹੈਗਾ ਭੋਗਣਾ ਹੈ ਕਿਸੇ ਵੀ ਤਰੀਕੇ ਦੇ ਨਾਲ। ਔਰ ਇਹਨੇ ਜਿਹੜਾ ਹੈਗਾ ਨਹੀਂ ਉਹਦਾ ਬਸ ਨਹੀਂ ਚੱਲ ਰਿਹਾ, ਉਹਨੇ ਦੂਸਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕਰਨਾ ਹੈ। ਉਹਦੇ ਵਿੱਚ ਚਿੱਤ ਦੇ ਵਿੱਚ ਵਿਕਾਰ ਹੀ ਵਿਕਾਰ ਰਹਿੰਦੇ ਆ। ਡਿਸਪਲੇ ਦੇ ਉੱਤੇ ਸਿਰਫ ਜੋ ਮਾਇਆ ਜੋ ਹੈ, ਜੋ ਕਿਸੇ ਦੇ ਜੋ ਕਾਮ ਦਾ ਹੈ, ਲੋਭ ਦਾ ਹੈਗਾ, ਮੋਹ ਦਾ ਹੈ, ਇਹ ਸਾਰੇ ਉਹਦੇ ਵਿਚਾਰ ਜਿਹੜੇ ਇਹੀ ਚੱਲਦੇ ਆ ਉਹਦੇ ਅੰਦਰ ਚਿੱਤ ਦੇ ਵਿੱਚ। ਇਸ ਤਰ੍ਹਾਂ ਮਨ ਭੁੱਲਦਾ ਹੈ ਭਾਈ, ਮਾਇਆ ਦੇ ਨਾਲ, ਸਵਾਦਾਂ ਦੇ ਨਾਲ, ਚੋਗੇ ਦੇ ਨਾਲ, ਰਸ-ਕਸ ਦੇ ਨਾਲ। ਮਨ ਭੂਲੋ ਬਹੁਤ ਚਿਤੇ ਵਿਕਾਰ, ਮਨ ਭੂਲੋ ਸਿਰ ਆਵੇ ਭਾਰ। ਮਨ ਮਾਨੇ ਹਰੇਕ ਨਿਰੰਕਾਰ। ਬਸ ਇੱਕੋ ਹੀ ਚੀਜ਼ ਹੈ ਜਿਹਦੀ ਮਨ ਨੂੰ ਮਨਾ ਸਕਦੀ ਹੈ ਭਾਈ, ਉਹ ਹੈਗੀ 2.5 ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਤ ਹੋਏ। ਇੱਕ ਮਾਲਕ ਪਰਮਾਤਮਾ ਦੇ ਨਾਲ, ਇੱਕ ਉਹਨੂੰ ਇਹ ਮਾਇਆ ਦੇ ਵਿੱਚ, ਮਾਇਆ ਸਾਰਿਆਂ ਦੇ ਵਿੱਚ ਇੱਕ ਸਮਝ ਲੈ ਮਾਲਕ ਪਰਮਾਤਮਾ ਨੂੰ। ਬਸ ਸਮਝ ਕੇ ਲੈ, ਮੰਨ ਲੈ। ਮਨ ਮਾਨੇ ਹਰ ਏਕ ਅੰਕਾਰ। ਮਨ ਭੂਲੋ ਮਾਇਆ ਕਰ ਜਾਏ। ਬਸ ਕਹਿੰਦੇ ਮੈਨੇ ਇਹ ਭੁੱਲਿਆ ਹੋਇਆ ਹੈ। ਭੁੱਲਿਆ ਹੋਇਆ ਬੰਦਾ ਜਿਹੜਾ ਜਿਹਨੂੰ ਰਾਹ ਹੀ ਨਹੀਂ ਪਤਾ, ਤੇ ਉਹਨੇ ਕੀ ਕਰਨਾ ਵਿਚਾਰੇ ਨੇ। ਮਨ ਭੂਲੋ ਮਾਇਆ ਕਰ ਜਾਏ, ਮਾਇਆ ਦੇ ਘਰ 'ਚ ਜਾਂਦਾ ਹੈ ਭਾਈ। 4 ਸਪੇਰੇ ਮਾਇਆ ਹੈਗੀ ਹੈ, ਇੱਕ ਰਸਤਾ ਹੈਗਾ ਮਾਲਕ ਦਾ, ਉਹ ਰਸਤੇ ਤੋਂ ਖੁੰਝ ਗਏ ਆਪਾਂ, ਤੇ ਬਾਕੀ ਸਾਰੇ ਜਿਹੜੇ ਹੈਗੇ ਭੂਲ ਭੁਲਈਆ। ਮਨ ਭੂਲੋ ਮਾਇਆ ਕਰ ਜਾਏ, ਕਾਮ ਵਿਰੋਧੋ ਰਹੇ ਨਾ ਠਾਏ। ਆ ਲਓ ਦੇਖ ਲਓ ਭਾਈ, ਕਹਿੰਦੇ ਕਾਮ ਵਾਸਨਾ ਐਸੀ ਹੈਗੀ ਆ, ਕਹਿੰਦੇ ਬਸ ਉਹਦੇ ਵਿੱਚ ਫਸ ਗਿਆ, ਵਿਰੋਧੋ ਕਾਮ ਦੇ ਵਿੱਚ ਫਸ ਗਿਆ। ਰਹੇ ਨਾ ਠਾਏ, ਟਿਕਦਾ ਹੀ ਨਹੀਂ ਹੈ, ਬਸ ਚੱਲ ਪਿਆ ਜਿਹੜਾ ਚਿੱਤ ਦੇ ਵਿੱਚ ਵਿਕਾਰ। ਹਰ ਭਜ ਪ੍ਰਾਣੀ ਰਸਨ ਰਸਾਏ। ਉਹ ਮੇਰੇ ਪਿਆਰਿਆ, ਮਨੁੱਖਾ ਸਰੀਰ 'ਚ ਆਇਆ, ਪ੍ਰਾਣ ਵਾਲੇ, ਪ੍ਰਾਣ ਸ਼ਕਤੀ ਹੈਗੀ ਤੇਰੇ ਕੋਲ, ਉਹ ਭਜਨ ਕਰ ਲਾ ਪਿਆਰਿਆ, ਭਜਨ ਕਰ ਲਾ। ਇੰਨਾ ਭਜਨ ਕਰ, ਇੰਨਾ ਕਰ ਕਿ ਰਸਨਾ ਦੇ ਵਿੱਚ ਰਸ ਆ ਜਾਏ ਤੇਰੇ, ਅੰਮ੍ਰਿਤ ਰਸ ਆ ਜਾਏ ਤੇਰੇ। ਹਰ ਭਜ ਪ੍ਰਾਣੀ ਰਸਨ ਰਸਾਏ, ਭਜੋ ਗੋਬਿੰਦ ਭੂਲ ਮਤ ਜਾਓ। ਮਾਨਸ ਜਨਮ ਕਾ ਇਹੀ ਲਾਹੋ, ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਹਰ, ਘਟ ਭੀਤਰ ਤੂੰ ਦੇਖ ਵਿਚਾਰ। ਹੈਵਰ ਗੈਵਰ ਕੰਚਨ ਸੁਤ ਨਾਰੀ। ਲਓ ਦੇਖ ਲਓ ਹੁਣ ਮਾਇਆ ਦਾ ਚੋਗਾ। ਹੈਵਰ ਗੈਵਰ ਹਾਥੀ ਘੋੜੇ, ਅਕਾਰਾਂ, ਕੰਚਨ ਸੋਨਾ ਧਨ ਦੌਲਤ, ਸੁਤ ਬੱਚੇ, ਨਾਰੀ ਘਰ ਵਾਲੀ ਜਾਂ ਘਰ ਵਾਲਾ। ਇਹ ਨਹੀਂ ਇੱਥੇ ਕਹਿ ਸਕਦੇ ਵੀ ਬੰਦਿਆਂ ਦੇ ਵਾਸਤੇ ਹੀ ਹੈ ਬਾਣੀ ਸਾਰੀ, ਨਾ ਭਾਈ ਨਾ। ਇਹ ਤਾਂ ਸਿਰ ਤੋਂ ਥੱਲੇ ਨਹੀਂ ਹੈ ਬਾਣੀ ਸਾਰੀ, ਉੱਪਰ ਹੈ, ਗਰਦਨ ਤੋਂ ਥੱਲੇ ਨਹੀਂ ਹੈ ਬਾਣੀ। ਜਿਹੜੀ ਹੈਗੀ ਦੋਨਾਂ ਦੇ ਵਾਸਤੇ ਕਾਮਨ ਹੈਗੀ ਭਾਈ। ਹੈਵਰ ਗੈਵਰ ਕੰਚਨ ਸੁਤ ਨਾਰੀ, ਬਹੁਤ ਚਿੰਤਾ ਪਿੜ ਚਾਲੇ ਹਾਰੀ। ਬਹੁਤ ਚਿੰਤਾ, ਇੰਨੀ ਇਹਦੇ ਵਿੱਚ ਚਿੰਤਾ ਕੀ ਹੈ ਚਿੱਤ ਦੇ ਵਿੱਚ, ਬਸ ਲਹਿਰਾਂ ਉੱਠ ਰਹੀਆਂ ਵਾਰ-ਵਾਰ। ਇਹਦੀ ਚਿੰਤਾ, ਇਹਦੀ ਫਿਕਰ ਆ, ਇਹਦੇ ਵਾਸਤੇ ਗਤੀ ਹੈਗੀ 24/7। ਬਸ ਇਸੇ ਵਾਸਤੇ ਤੁਰਦਾ ਇਨਸਾਨ ਫਿਰ। ਔਰ ਜਿਹੜਾ ਹੈਗਾ ਹਾਰ ਜਾਂਦਾ ਇਹ ਖੇਡ ਨੂੰ। ਪਿੜ ਕਹਿੰਦੇ ਆ ਜਿਹੜਾ ਹੈਗਾ, ਇਹ ਜਿਹੜਾ ਹੈਗਾ ਉਹ ਜਿੱਥੇ ਭਲਵਾਨ ਜਿਹੜੇ ਹੈਗੇ, ਅਖਾੜਾ। ਇੱਥੇ ਅਖਾੜੇ 'ਚ ਆਏ ਹਾਂ ਆਪਾਂ, ਸੰਸਾਰ ਦੇ ਵਿੱਚ ਆਏ ਹਾਂ ਆਪਾਂ। ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਹੈ, ਜੋ ਬੀਜ ਲਾਂਗੇ ਸਰੀਰ ਜਦ ਤੱਕ ਹੈਗਾ।
ਉਹੀ ਨਾਲ ਜਾਊਗਾ। ਆਪਾਂ ਹਾਰ ਕੇ ਜਾ ਰਹੇ ਹਾਂ ਭਾਈ, ਇਹ ਬਾਜੀ ਹਾਰ ਕੇ ਜਾ ਰਹੇ ਹਾਂ, ਖੇਡ ਹਾਰ ਕੇ ਜਾ ਰਹੇ ਹਾਂ, ਇਹ ਅਖਾੜਾ ਹਾਰ ਕੇ ਜਾ ਰਹੇ ਹਾਂ ਆਪਾਂ। ਬਹੁਤ ਚਿੰਤਾ ਪਿੜ ਚਾਲੇ ਹਾਰੀ, ਜੂਏ ਖੇਲਣ ਕਾਚੀ ਸਾਰੀ। ਕਿਉਂ ਹਾਰ ਕੇ ਜਾ ਰਹੇ ਹਾਂ? ਕਿਉਂਕਿ ਆਪਾਂ ਭਾਈ ਜੂਆ ਖੇਡ ਰਹੇ ਹਾਂ, ਔਰ ਜੂਏ ਦੇ ਵਿੱਚ ਜਿਹੜੇ ਹੈਗੇ ਆ ਆਪਾਂ ਜਿਹੜੇ ਹੈਗੇ, ਜੂਆ ਕੀ ਹੈਗਾ? ਜੂਆ ਇਹ ਹੈਗਾ ਕਿ ਆਪਾਂ ਨੇ ਕੱਚ ਨੂੰ ਪ੍ਰੀਫਰ ਕਰ ਲਿਆ, ਸੱਚ ਨੂੰ ਛੱਡ ਦਿੱਤਾ, ਕੱਚ ਨੂੰ ਫੜ ਲਿਆ, ਅਤੇ ਗੋਟੀਆਂ ਫਿਰ ਕੱਚੀਆਂ ਰਹਿਣੀਆਂ। ਜਿਹਨੇ ਚੌਪੜ ਖੇਲੀ ਹੈ ਅਤੇ ਦੇਖ ਲਓ ਜਿਹੜੀ ਹੈਗੀ ਉਹ ਗੋਟੀਆਂ ਜਿਹੜੀਆਂ ਜਦ ਤੱਕ ਉਹ ਘਰ 'ਚ ਨਹੀਂ ਜਾਂਦੀਆਂ ਤਦ ਤੱਕ ਮਰ ਜਾਂਦੀਆਂ, ਕੋਈ ਵੀ ਆ ਕੇ ਮਾਰ ਦਿੰਦਾ ਉਹਨਾਂ ਨੂੰ। ਇਸ ਤਰੀਕੇ ਸਾਰੀ ਕਹਿੰਦੇ ਆ ਗੋਟੀਆਂ, ਸਾਰੀ ਜਿਹੜੀ ਹੈਗੀ ਉਹਦੀਆਂ ਉਹ ਜਿਹੜੀਆਂ ਕੀ ਹੁੰਦੀਆਂ, ਜੂਏ ਖੇਲਣ ਕਾਚੀ ਸਾਰੀ, ਨਰਦਾਂ, ਸਾਰੀ ਮਤਲਬ ਨਰਦ, ਜੂਏ ਖੇਲਣ ਕਾਚੀ ਸਾਰੀ। ਸੰਪੋ ਸੰਚੀ ਭਏ ਵਿਕਾਰ, ਲਓ ਕਰ ਲਓ ਇਕੱਠੀ ਮਾਇਆ, ਜਿੰਨੀ ਮਾਇਆ ਇਕੱਠੀ ਕਰਾਂਗੇ। ਹੁਣ ਮੰਨ ਲਓ ਮੇਰੇ ਕੋਲ ਵੱਧ ਤੋਂ ਵੱਧ ਪੈਸਾ ਹੋ ਗਿਆ, ਹੁਣ ਮੈਂ ਕੀ ਕਰੂੰਗਾ ਪੈਸੇ ਨੂੰ? ਫਿਰ ਮੈਂ ਇਹਦਾ ਕਰਨਾ ਕੀ ਆ? ਬਸ ਫਿਰ ਆ ਗਏ ਵਿਕਾਰ ਸ਼ੁਰੂ ਹੋ ਗਏ ਵੀ ਇੱਧਰ ਆਹ ਕਰਦੇ ਹਾਂ, ਇੱਧਰ ਜਾਂਦੇ ਹਾਂ, ਆਹ ਲੈਂਦੇ ਹਾਂ, ਆਹ ਭੋਗਦੇ ਹਾਂ, ਸ਼ੁਰੂ ਹੋ ਗਿਆ ਕੰਮ, ਕਿਉਂਕਿ ਪੈਸਾ ਸਰਪਲਸ ਆ। ਸੰਪੋ ਸੰਚੀ ਭਏ ਵਿਕਾਰ, ਹਰਕ ਸੋਗ ਉਬੇ ਦਰਬਾਰ। ਅਤੇ ਉਹਦੇ ਨਾਲ ਕੀ ਹੋਊਗਾ? ਫਿਰ ਉਹਦੇ ਨਾਲ ਜਿਹੜਾ ਹੈਗਾ ਖੁਸ਼ੀ ਆਊਗੀ, ਭੋਗ ਵਿਲਾਸ ਕਰੂਗਾ, ਖੁਸ਼ੀ ਕਰੂਗਾ ਅਤੇ ਉਹਦੇ ਤੋਂ ਜਿਹੜਾ ਹੈਗਾ ਫਿਰ ਦੁੱਖ ਪੈਦਾ ਹੋ ਜਾਣਗੇ। ਦੁੱਖ ਪੈਦਾ ਹੋ ਜਾਣਗੇ। ਹਰਕ ਸੋਗ ਮਤਲਬ ਦੁੱਖ, ਹਰਕ ਸੋਗ ਉਬੇ ਦਰਬਾਰ, ਕਹਿੰਦੇ ਦਰ 'ਤੇ ਖੜੇ ਰਹਿਣਗੇ ਤੇਰੇ। ਬਸ ਆਹੀ ਰਹੇਗਾ, ਐਸੇ 'ਚ ਜ਼ਿੰਦਗੀ ਨਿਕਲ ਜਾਣੀ ਹੈ। ਉਬੇ ਕਹਿੰਦੇ ਖੜੇ, ਦਰ ਦੇ ਉੱਤੇ ਖੜੇ ਰਹਿਣਗੇ 24 ਘੰਟੇ, ਕਦੀ ਖੁਸ਼ੀ ਕਦੀ ਦੁੱਖ। ਸੰਪੋ ਸੰਚੀ ਭਏ, ਸੰਚੀ ਮਤਲਬ ਇਕੱਠੀ ਕੀਤੀ, ਸੰਪੋ ਸੰਚੀ ਭਏ ਵਿਕਾਰ, ਹਰਕ ਸੋਗ ਉਬੇ ਦਰਬਾਰ, ਸੁਖ ਸਹਿਜੇ ਜਪ ਹਿਰਦੇ ਮੁਰਾਰ। ਦੇਖ ਲਾ ਪਿਆਰਿਆ, ਸੁਖ ਆ ਸਕਦਾ ਹੈ ਜੇ ਹਿਰਦੇ ਵਿੱਚ ਮਾਲਕ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦੇ। ਪ੍ਰੇਮ ਪੈਦਾ ਹੋ ਜਾਏਗਾ ਤੇਰਾ, ਮਾਇਆ ਦੇ ਨਾਲ ਲਿਵ ਤੇਰੀ ਮਾਇਆ ਵੱਲ ਆਕਾਰ ਦੇ ਨਾਲ ਟੁੱਟ ਜਾਏਗੀ, ਮਾਲਕ ਵੱਲ ਨੂੰ ਜੁੜ ਜਾਏਗੀ। ਸਹਿਜੇ ਹੀ ਆ ਜਾਏਗਾ ਸੁਖ, ਸਹਿਜ ਅਵਸਥਾ ਆ ਜਾਏਗੀ ਤੇਰੇ, ਚੌਥੇ ਪਦ 'ਚ ਚਲੇ ਜਾਏਗਾ। ਸੁਖ ਸਹਿਜੇ ਜਪੇ ਹਿਰਦੇ ਮੁਰਾਰ, ਨਦਰ ਕਰੇ ਤਾਂ ਮੇਲ ਮਿਲਾਏ। ਇਸ ਤਰ੍ਹਾਂ ਆ ਭਾਈ ਜਿਹੜਾ ਸ਼ੁਰੂ ਕਰ ਦਿੰਦਾ ਆ ਚੀਜ਼, ਫਿਰ ਨੈਕਸਟ ਸਟੈਪ ਆ ਗਿਆ, ਮਾਲਕ ਦੀ ਮਿਹਰ ਹੋ ਜਾਂਦੀ ਹੈ ਅਤੇ ਉਹ ਮਿਲਾ ਲੈਂਦਾ ਉਹਨੂੰ ਆਪਣੇ ਨਾਲ, ਖੇਡ ਤੋਂ ਬਾਹਰ ਕਰ ਦਿੰਦਾ ਹੈ। ਕਿਵੇਂ? ਕੀ ਕਰਨਾ ਪਊਗਾ ਉਹਦੇ ਵਾਸਤੇ? ਗੁਣ ਸੰਗ੍ਰਹਿ ਅਵਗੁਣ ਸ਼ਬਦੇ ਜਲਾਏ, ਨਜ਼ਰ ਕਰੇ ਤਾਂ ਮੇਲ ਮਿਲਾਏ। ਗੁਣ ਸੰਗ੍ਰਹਿ ਅਵਗੁਣ ਸ਼ਬਦੇ ਜਲਾਏ, ਸ਼ਬਦ ਪੜ੍ਹ ਲੈ, ਸ਼ਬਦ ਅਵਗੁਣ ਸ਼ਬਦ ਜਲਾਏ, ਸ਼ਬਦ ਨੂੰ ਸਾੜ ਦੋ ਜੇ ਦੱਦੇ ਦੀ ਸਿਹਾਰੀ ਨਹੀਂ ਕੰਸੀਡਰ ਕੀਤੀ, ਸ਼ਬਦ ਦੇ ਦੁਆਰਾ ਸੜਨੇ ਅਵਗੁਣ ਪਾਏ। ਇਹ ਸ਼ਬਦ ਅਭਿਆਸ ਹੈ, ਜਪ ਹਿਰਦੇ ਮੁਰਾਰ, ਇਹਦੇ ਨਾਲ ਪਿਆਰ ਪੈਣਾ ਹੈ। ਗੁਣ ਸੰਗ੍ਰਹਿ ਅਵਗੁਣ ਸ਼ਬਦੇ ਜਲਾਏ, ਗੁਰਮੁਖ ਨਾਮ ਪਦਾਰਥ ਪਾਏ। ਆਇਆ ਭਾਈ ਗੁਰਮੁਖ ਸਿਸਟਮ, ਆਇਆ ਗੁਰਮਤ, ਆਇਆ ਬ੍ਰਹਮ ਗਿਆਨ। ਧਿਆਨ ਸਿਮਰਨ ਕਰਨ ਦੇ ਨਾਲ ਅਵਗੁਣ ਖਤਮ ਹੋ ਜਾਂਦੇ, ਗੁਣੀ ਗੁਣ ਰਹਿ ਜਾਂਦੇ ਆ, ਅਤੇ ਭਾਈ ਉਹ ਪਦਾਰਥ ਨਾਮ ਦਾ ਅੰਮ੍ਰਿਤ ਰਸ, ਨਾਮ ਪਦਾਰਥ ਉਹ ਝਰਨਾ ਚੱਲ ਪੈਂਦਾ ਅੰਦਰ, ਸ਼ੁੱਧ ਹੋ ਜਾਂਦਾ, ਇੱਕਦਮ ਸ਼ੁੱਧ ਮਾਲਕ ਪਰਮਾਤਮਾ ਦੇ ਨਾਲ ਬੂੰਦ ਸਾਗਰ ਦੇ ਵਿੱਚ ਚਲੀ ਜਾਂਦੀ ਹੈ। ਗੁਰਮੁਖ ਨਾਮ ਪਦਾਰਥ ਪਾਏ, ਟਾਰਗੇਟ ਹੈ, ਗੁਰੂ ਦੇ ਰਾਹੀਂ ਨਾਮ ਪਦਾਰਥ ਤੱਕ ਜਾ ਸਕਦਾ ਹੈ। ਬਿਨ ਨਾਮੇ ਸਭ ਦੁੱਖ ਨਿਵਾਸ, ਉਸ ਨਾਮ ਨੂੰ ਨਹੀਂ ਪ੍ਰਾਪਤ ਕੀਤਾ ਤੇ ਦੁੱਖਾਂ ਦੇ ਵਿੱਚ ਹੀ ਨਿਵਾਸ ਆ ਪਿਆਰਿਆ। ਬਿਨ ਨਾਮੇ ਸਭ ਦੁੱਖ ਨਿਵਾਸ, ਮਨਮੁਖ ਮੂੜ ਮਾਇਆ ਚਿਤਵਾਸ। ਕਹਿੰਦੇ ਮਨਮੁਖ ਰਹੂਗਾ, ਬਸ ਮਨ ਦੇ ਆਖੇ ਲੱਗਿਆ ਰਹੂਗਾ। ਉਹ ਮਨ ਨੇ ਤਾਂ ਮਨ ਮੂੜ ਹੈਗਾ, ਉਹ ਨਹੀਂ ਸੁਣਦਾ ਕਿਸੇ ਦੀ। ਮੂੜ ਕਹਿੰਦੇ ਜਿਹਦਾ ਨਾ ਹੀ ਸੁਣੇ, ਬਸ ਮਨਮੁਖ ਮੂੜ ਮਾਇਆ ਚਿਤਵਾਸ। ਉਹਦਾ ਮਾਇਆ ਦੇ ਵਿੱਚ, ਉਹਦੇ ਚਿੱਤ ਮਾਇਆ 'ਚ ਹੈ।
ਗੁਰਮੁਖੇ ਗਿਆਨ ਤੁਰੇ ਕਰਮ ਲਿਖਿਆਸ। ਹਾਂ, ਜੇ ਕਿਤੇ ਗੁਰੂ ਦੀ ਮੱਤ ਲੈ ਲਈ, ਗੁਰਮੁਖ ਸਿਸਟਮ 'ਚ ਆ ਗਿਆ ਇਨਸਾਨ, ਗਿਆਨ ਮਿਲ ਗਿਆ। ਆ ਗਿਆਨ ਆਪਾਂ ਆ ਹੈਗੀ ਗੁਰਮੁਖ, ਆ ਹੈਗਾ ਗੁਰਮਤ। ਗੁਰਮੁਖ ਗਿਆਨ ਤੁਰੇ ਕਰਮ ਲਿਖਿਆਸ। ਜੇ ਤੁਰੋਂ ਜਿਹੜੇ ਹੈਗੇ ਕੁਛ ਕਰਮ ਕੀਤੇ ਹੋਏ ਆ। ਜੇ ਕਰਮ ਕੀ ਹੈਗੇ? ਕਰਮ ਹੈਗੇ ਭਾਈ ਪ੍ਰੇਮ ਪਾਇਆ ਹੈ ਪਹਿਲਾਂ ਮਾਲਕ ਪਰਮਾਤਮਾ ਨੂੰ, ਜਿਹੜਾ ਹੈਗਾ ਉਹਨੂੰ ਮਾਲਕ ਨੂੰ ਫਰਿਆਦ ਕੀਤੀ ਵੀ ਮੈਂ ਤੇਰੇ ਵੱਲ ਆਉਣਾ ਚਾਹੁੰਦਾ ਹੈ। ਦਿਲੋਂ ਨਹੀਂ ਕੀਤੀ ਤੇ ਹੁਣ ਕਰ ਲਾ। ਹੁਣ ਕੀ ਪ੍ਰੋਬਲਮ ਹੈਗੀ ਆ? ਹੁਣ ਕੀ ਪ੍ਰੋਬਲਮ ਹੈਗੀ? ਗੁਰਮੁਖੇ ਗਿਆਨ ਤੁਰੇ ਕਰਮ ਲਿਖਿਆਸ। ਹੁਣ ਇਹ ਹੈਗਾ ਵੀ ਪਹਿਲਾਂ ਨਹੀਂ ਕੀਤੀ ਹੋਈ ਤੇ ਮਾਇਆ ਨੇ ਤਾਂ ਜਿਹੜਾ ਹੈਗਾ ਉਹ ਜਿਹੜੇ ਸੰਸਕਾਰ ਜਿਹੜੇ ਹੈਗੇ ਉਹਨਾਂ ਲੀਹਾਂ ਨੇ ਤਾਂ ਧੱਕਾ ਮਾਰਨਾ ਹੀ ਮਾਰਨਾ ਹੈ ਭਾਈ। ਜੇ ਨਹੀਂ ਆਪਾਂ ਹੁਣ ਵੀ ਡਿਮਾਂਡ ਨਹੀਂ ਕਰਾਂਗੇ ਤੇ ਫਿਰ ਹੋਰ ਜ਼ਿਆਦਾ ਜਿਹੜਾ ਹੈਗਾ ਖੇਡ, ਹੋਰ ਜ਼ਿਆਦਾ ਦੁੱਖ ਤਕਲੀਫਾਂ ਹੋਰ ਜ਼ਿਆਦਾ ਵੱਧ ਜਾਣਗੀਆਂ, ਲੀਹਾਂ ਹੋਰ ਪੱਕੀਆਂ ਆ ਜਾਣਗੀਆਂ। ਇਸੇ ਵਾਸਤੇ ਜਿਹੜੇ ਹੈਗੇ ਆਪਾਂ ਨੂੰ ਮਨੁੱਖ ਜੂਨ ਮਿਲੀ ਹੋਈ ਹੈ, ਮਨੁੱਖ ਜਨਮ ਮਿਲਿਆ, ਮਨੁੱਖ ਸਰੀਰ ਮਿਲਿਆ ਹੋਇਆ ਹੈ। ਗੁਰਮੁਖੇ ਗਿਆਨ ਤੁਰ ਕਰਮ ਲਿਖਿਆਸ। ਮਨ ਚੰਚਲ ਧਾਵਤ ਫੁਨ ਧਾਵੈ। ਕਹਿੰਦੇ ਮਨ ਪਿਆਰਿਆ ਬਹੁਤ ਚੰਚਲ ਹੈਗਾ। ਇਹ ਤਾਂ ਹਥੇਲੀ ਤੇ ਪਾਰੇ ਵਾਂਗੂ ਥਿਰਕਦਾ ਹੈ, ਮੱਛੀ ਜਾਰ ਦੇ ਵਿੱਚ ਉਵੇਂ ਦਾ ਹੈਗਾ ਮਨ। 24 ਘੰਟੇ ਰਾਤ ਦਿਨ ਦੇਖ ਲਓ, ਮੱਛੀ ਕਦੀ ਖੜੀ ਨਹੀਂ ਮਿਲੂਗੀ ਤੁਹਾਨੂੰ। ਮਨ ਚੰਚਲ ਧਾਵਤ ਫੁਨ ਧਾਵੈ। ਪਤਾ ਨਹੀਂ ਮੱਛੀ ਨੀਂਦ ਲੈਂਦੀ ਨਹੀਂ ਹੈ। ਮਨ ਚੰਚਲ ਧਾਵਤ ਫੁਨ ਧਾਵੈ। ਕਹਿੰਦੇ ਦੌੜਦਾ ਹੈ ਬਾਰ, ਬਸ ਇਹੀ ਕੰਮ ਕਰਦਾ ਹੈ ਮਨ। ਕਿਉਂਕਿ ਮਨ ਜਿਹੜਾ ਹੈਗਾ, ਮਨ ਐਸਾ ਬਣਾਇਆ ਇਹਨੂੰ ਸੈਟਿਸਫੈਕਸ਼ਨ ਹੁੰਦਾ ਹੀ ਨਹੀਂ ਹੈ ਕਿਸੇ ਚੀਜ਼ ਦੇ ਨਾਲ। ਇਹਨੇ ਦੂਰ ਦੀ ਚੀਜ਼ ਜਿਹੜੀ ਹੈਗੀ, ਉੜਤੀ ਚਿੜੀਆ ਜਿਹੜੀ ਹੈਗੀ, ਉਹਨੂੰ ਫੜਨਾ ਇਹਨੇ। ਬਸ ਇਹਦਾ ਇੰਨਾ ਹੀ ਕੰਮ ਹੈਗਾ। ਕੋਈ ਵੀ ਚੀਜ਼ ਇਹਨੇ ਲੈਣੀ ਹੈ, ਮਿਲ ਗਈ, ਬਸ ਉਹਦੇ ਵੱਲ ਨਹੀਂ ਦੇਖਣਾ ਇਹਨੇ। ਫਿਰ ਬਸ ਗਾਂ ਦੂਸਰੀ ਤੇ ਸ਼ੁਰੂ ਹੋ ਜਾਊਗਾ। ਮਨ ਚੰਚਲ ਧਾਵਤ ਫੁਨ ਧਾਵੈ। ਸਾਚੇ ਸੂਚੇ ਮੈਲ ਨਾ ਪਾਵੈ। ਬਸ ਪ੍ਰੋਬਲਮ ਆ ਗਿਆ ਹੈਗੀ, ਮਨ ਜਿਹੜਾ ਚੰਚਲ ਹੈਗਾ ਇਹ ਕਾਲਕ ਦੇ ਉੱਤੇ ਜਾਂਦਾ ਹੈ, ਮਾਇਆ ਦੇ ਵਿੱਚ ਜਾਂਦਾ ਹੈ, ਮੈਲ ਦੇ ਉੱਤੇ ਜਾਂਦਾ ਹੈ, ਕੱਚ ਦੇ ਉੱਤੇ ਜਾਂਦਾ ਹੈ, ਝੂਠ ਦੇ ਉੱਤੇ ਜਾਂਦਾ ਹੈ। ਪਰ ਉਹ ਮਾਲਕ ਪਰਮਾਤਮਾ ਸਾਚੇ ਸੂਚੇ, ਮਾਲਕ ਤਾਂ ਸੱਚਾ ਹੈਗਾ ਭਾਈ, ਉਹਨੂੰ ਸੁੱਚੇ ਚਾਹੀਦੇ ਆ ਭਾਈ। ਮੈਲ ਨਾ ਪਾਵੇ, ਉਹਨੂੰ ਨਹੀਂ ਮੈਲ ਚੰਗੀ ਲੱਗਦੀ। ਉਹ ਕਹਿੰਦਾ ਨਾ, ਮੈਲਾ ਤਾਂ ਬਿਲਕੁਲ ਨਹੀਂ ਆ ਸਕਦਾ ਮੇਰੇ ਕੋਲ। ਹਾਂ, ਤੂੰ ਜਿਹੜਾ ਹੈਗਾ ਹੋਣਾ ਚਾਹੁੰਦਾ ਹੈ, ਤੂੰ ਚਿੱਟਾ, ਤੂੰ ਆਪਣੀ ਮੈਲ ਦੂਰ ਕਰਨਾ ਚਾਹੁੰਦਾ ਹੈ, ਮੈਂ ਤੈਨੂੰ ਜਿਹੜਾ ਹੈਗਾ ਤੇਰੇ ਵਾਸਤੇ ਜਿਹੜਾ ਹੈਗਾ ਤੈਨੂੰ ਸਾਰੀਆਂ ਫੈਸਿਲਿਟੀਆਂ ਦੇ ਦਿੰਦਾ ਹੈ, ਜੇ ਤੂੰ ਚਾਹੁੰਦਾ ਹੈ ਮੈਲ ਸਾਫ਼ ਕਰਨੀ ਆਪਣੀ। ਤੇ ਮਨ ਚੰਚਲ ਧਾਵਤ ਫੁਨ ਧਾਵੈ। ਸਾਚੇ ਸੂਚੇ ਮੈਲ ਨਾ ਪਾਵੈ। ਨਾਨਕ ਗੁਰਮੁਖੇ ਹਰ ਗੁਣ ਗਾਵੈ। ਆ ਲਓ ਸੁੱਚੇ ਹੋਣ ਦਾ ਤਰੀਕਾ ਗੁਰੂ ਦੇ ਰਾਹੀਂ ਕਹਿੰਦੇ ਪਰਮੇਸ਼ਰ ਦੇ ਗੁਣ ਗਾ। ਗੁਣ ਗਾ, ਗੁਣਾਂ ਨੂੰ ਵਸਾ ਅੰਦਰ, ਅਵਗੁਣ ਛੱਡ। ਧਿਆਨ ਸਿਮਰਨ ਕਰ, ਸਦਾ ਗੁਣ ਗਾਈਏ, ਜਪੇ ਨਾਮ ਮੁਰਾਰੀ। ਇਹ ਬਾਣੀ ਕੀ ਹੈ? ਬਾਣੀ ਆਪਾਂ ਨੂੰ ਜਿਹੜੇ ਮਾਲਕ ਦੇ ਗੁਣ ਦੱਸ ਰਹੀ ਹੈ। ਔਰ ਇਹਨੂੰ ਆਪਾਂ ਨੇ ਵਿਚਾਰਨਾ ਹੈ। ਬਾਣੀ ਨੂੰ ਵਿਚਾਰ ਕੇ ਗੁਣ ਪਤਾ ਲੱਗਦਾ ਭਾਈ ਦਿਆਲੂ ਆ, ਕਿਰਪਾਲੂ ਆ। ਉਹ ਕਿਸੇ ਦੀ ਗਲਤੀ ਜਿਹੜੀ ਹੈਗੀ ਪਕੜਦਾ ਨਹੀਂ ਹੈ, ਮਾਫ ਕਰ ਦਿੰਦਾ ਹੈ। ਜੇ ਆਪਾਂ ਨਹੀਂ ਉਹਦੇ ਗੁਣ ਲਵਾਂਗੇ ਤੇ ਫਿਰ ਕਿਸ ਤਰੀਕੇ ਨਾਲ ਗੱਲ ਬਣੇਗੀ ਭਾਈ। ਗੌੜੀ ਗੁਆਰੇ ਦੀ ਮਹੱਲਾ ਪਹਿਲਾ। ਹਉਮੈ ਕਰ। ਹਾਂਜੀ। ਆਨੰਦ ਸਾਹਿਬ ਦੇ ਵਿੱਚ ਜੀ ਜਿਹੜੀ ਆਪਣੇ ਮਨ ਤੋਂ ਜੋਤ ਸਰੂਪ ਹੈ, ਉਹ ਇੱਕ ਐਕਸਟ੍ਰੀਮ ਹੋ ਗਈ, ਆ ਦੂਸਰੀ ਐਕਸਟ੍ਰੀਮ ਹੋ ਗਈ ਮਨ ਦੀ। ਹਾਂ, ਕਿਸ ਤਰ੍ਹਾਂ? ਕੀ ਆਨੰਦ ਸਾਹਿਬ ਦੇ ਵਿੱਚ? ਹਾਂ, ਮਨ ਤੋਂ ਜੋਤ ਸਰੂਪ ਹੈ। ਹਾਂਜੀ ਹਾਂ, ਤੇ ਉਹ ਥੋੜਾ ਜਿਹਾ ਜੀ ਆਪੋਜ਼ਿਟ ਨਹੀਂ ਲੱਗ ਰਹੀ ਬਈ ਇਹ ਕਿਵੇਂ ਇੱਕ ਦੂਜੇ ਨਾਲ ਮੈਚ ਕਰਨਗੀਆਂ ਇਹ ਦੋ ਤੁਕਾਂ। ਪਹਿਲਾਂ ਉਹਦੇ 'ਚ ਤਾਂ ਕਹਿ ਰਹੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂਜੀ, ਉਹ ਆਨੰਦ ਸਾਹਿਬ ਦੇ ਵਿੱਚ ਨਹੀਂ ਹੈਗਾ ਪਰ। ਹਾਂਜੀ ਹਾਂ, ਚਲੋ ਉਹਨੂੰ ਆਪਾਂ ਲਈਏ ਉਸਨੂੰ। ਹੁਣ ਦੂਸਰੀ ਗੱਲ ਕੀ ਕਰ ਰਹੇ ਹੋ ਤੁਸੀਂ? ਨਹੀਂ, ਬਸ ਇਹੀ ਮੈਂ ਸੋਚ ਰਿਹਾ ਸੀ ਜੀ ਵੀ ਆਹ ਜਿਹੜੀਆਂ ਲਾਈਨਾਂ ਆਪਾਂ ਹੁਣ ਤੁਕਾਂ ਪੜ੍ਹੀਆਂ ਨੇ, ਮਨ ਚੰਚਲ ਧਾਵਤ ਫੁਨ ਧਾਵੈ, ਹਾਂ
ਬਈ ਤੇ ਇਹਨੂੰ ਵਿਚਾਰ ਕਰੀਏ ਤੇ ਜਦੋਂ ਮਨ ਤੋਂ ਜੋਤ ਸਰੂਪ ਹੈ ਉਹ ਤੁਸੀਂ ਵਿਚਾਰ ਕਰ ਲਓ ਬਈ ਇਹ ਕਿਵੇਂ ਇੱਕ ਦੂਸਰੇ ਦੇ ਨਾਲ ਆਪੋਜ਼ਿਟ ਕਿਉਂ ਲੱਗ ਰਹੀਆਂ ਨੇ। ਆਪੋਜ਼ਿਟ ਇਸ ਕਰਕੇ ਲੱਗ ਰਹੀਆਂ ਕਿਉਂਕਿ ਮਨ ਦੇ ਉੱਤੇ ਕਾਲਕ ਹੈਗੀ। मन ते उत्ते इस मन को जन्म जन्म की मल लागी, काला हुआ स्याहो, खनली धोती उजली ना थी वही, जे सौ धोवन पाओ। आ प्रॉब्लम हैगी आ। जोत स्वरूप हैगा पर मन जिहड़ा हैगा मन तो आत्मा हैगी, आत्मा तो मन ने तो जिहड़ा कालक उतर गई ते आत्मा दे हो गई, सुरत पहुँच गई आत्मा दे विच, यात्रा खत्म हो गई। आही तो यात्रा हैगी। मन की कालक लाउणी, मन जिहड़ा हैगा, मन नाम की चीज़ की हैगी, मन कालक ही तो हैगी सारी दी सारी। मन तो वैसे जोत आ, अंदर जोत आ, उपर कालक लगी हुई है, बस नहीं दिसदा इनू। अपनी सुरत जिहड़ी हैगी, सुरत ने जाके कालक ला के तां जाके अंदर वड़ना है भाई। ये कालक उतर गई, यही अवगुण हैगे, अवगुणा की कालक हैगी। ठीक है वीर जी, ठीक है जी। हाँ, गौड़ी ग्वारेरी महला पहला, हौमे करत्या न सुख होए। बस कहते देख ला, मैं करेगा तो अपने आप नूं जिहड़ा हैगा करता मनेगा तो भाई, क्योंकि आपां जिहड़े हैगे अपने ते कंट्रोल कर सकते हैं, दूसरे दे उत्ते कंट्रोल नहीं कर सकते। हौमे करते हैं आपां जिहड़े हैगे दूसरे नूं तशद्दद करते हैं, दूसरे नूं जिहड़ा हैगा दूसरे दी गति नूं बाधित करते हैं आपां। हौमे करते हैं न सुख होए, कहते नहीं सुखी नहीं हो सकता भाई। हौमे करते करते सुखी नहीं हो सकता। हौमे नूं छੱਡ, डाउन टू अर्थ आ, मालक दे दर ते ढह जा, वो करता हैगा। हौमे करते न सुख होए, मन मत झूठी सच्चा सोए। मन दी मत, हौमे की है, मन दी मत है हौमे, कहते झूठी है भाई, वो सच्चा मालक परमात्मा हैगा। सगल विगूते भावे दोए, पर प्रॉब्लम ये हैगी कि ये हौमे जिहड़ी हैगी आ, ਇਹਦੇ ਵਿੱਚ ਸਾਰੇ ਜਿਹੜੇ ਹੈਗੇ ਠਗੇ ਜਾ ਰਹੇ, ਸਾਰੇ ਠਗੇ ਜਾ ਰਹੇ, ਸਾਰੀ ਦੁਨੀਆ, ਕੋਈ ਨਹੀਂ ਛੱਡਦਾ ਇਹਨੂੰ। ਵਿਗੂਤੇ ਕਹਿੰਦੇ ਆ, ਗਲਤ ਰਸਤੇ ਤੇ ਜਾ ਰਹੇ, ਲੁੱਟੇ ਜਾ ਰਹੇ, ਸਾਰੇ ਜਿਹੜੇ ਹੈਗੇ। ਮਾਇਆ ਜਿਹੜੀ ਹੈ ਸਾਰਿਆਂ ਨੂੰ ਜਿਹੜੇ ਹੈਗੇ ਆਪਣੇ ਉਹਦੇ ਵਿੱਚ ਜਿਹੜਾ ਹੈਗਾ ਆਪਣੀ ਚੰਗੁਲ ਦੇ ਵਿੱਚ ਫਸਾ ਕੇ ਰੱਖ ਰਹੀ ਹੈ। ਸਗਲ ਵਿਗੂਤੇ ਭਾਵੇਂ ਦੋਏ, ਕਹਿੰਦੇ ਦੋਏ ਪਾਉਂਦੀ ਹੈ ਕਿਉਂਕਿ ਉਹਨਾਂ ਨੂੰ ਜਿਹੜੇ ਹੈਗੇ ਮਾਇਆ ਦੂਸਰੀ ਲੱਗਦੀ ਹੈ। ਮਾਲਕ ਪਰਮਾਤਮਾ ਤਾਂ ਧਿਆਨ 'ਚ ਆਉਂਦਾ ਹੀ ਨਹੀਂ ਹੈ, ਉਹਦਾ ਤਾਂ ਐਗਜ਼ਿਸਟੈਂਸ ਹੀ ਨਹੀਂ ਆਪਣੇ ਅੰਦਰ। ਆਪਾਂ ਨੂੰ ਹੀ ਉਹਦਾ ਐਗਜ਼ਿਸਟੈਂਸ ਨਹੀਂ ਪਤਾ ਲੱਗਦਾ, ਬਾਕੀਆਂ ਦੀ ਤਾਂ ਕਹਿਣਾ ਹੀ ਕੀ ਹੈਗਾ। ਆਪਾਂ ਇੰਨੀ ਬਾਣੀ ਪੜ੍ਹਦੇ ਹਾਂ, ਇੰਨਾ ਸੁਣਦੇ ਹਾਂ, ਫਿਰ ਜਿਹੜਾ ਹੈਗਾ ਭੁੱਲ ਜਾਂਦੇ ਹਾਂ। ਸਗਲ ਵਿਗੂਤੇ ਭਾਵੇਂ ਦੋਏ ਚੰਗੀ ਲੱਗਦੀ ਆ, ਇਸ ਕਰਕੇ ਜਿਹੜੇ ਹੈਗੇ ਠੱਗੇ ਜਾ ਰਹੇ ਸਾਰੇ ਦੇ ਸਾਰੇ। ਇਹੀ ਝੂਠ ਹੈ, ਇਹੀ ਮਨਮਤ ਹੈਗੀ, ਇਹੀ ਹਉਮੈ ਹੈਗੀ ਆ। ਸੋ ਕਮਾਵੇ ਤੁਰ ਲਿਖਿਆ ਹੋਏ। ਔਰ ਆ ਦੇਖ ਲਓ, ਹੁਣ ਆਪ ਵੀ ਪ੍ਰੋਬਲਮ ਆ ਗਈ ਨਾਲ। ਕਹਿੰਦੇ ਜਿਹੜੇ ਹੈਗੇ ਤੇਰੇ ਸੰਸਕਾਰ ਜਿਹੜੇ ਹੈਗੇ ਆ, ਉਹਨਾਂ ਨੇ ਤੈਨੂੰ ਜਿਹੜਾ ਹੈਗਾ ਤੇਰੇ ਜੀਵਨ ਨੂੰ ਜਿਹੜਾ ਹੈਗਾ ਉਹਨਾਂ ਨੇ ਵੀ ਕੰਟਰੋਲ ਕਰਨਾ ਹੈ ਤੇਰੇ ਰਸਤੇ ਤੇ, ਉਹ ਵੀ ਬਾਧਾ ਹੈਗੀ। ਸੋ ਕਮਾਵੇ ਤੁਰ ਲਿਖਿਆ ਹੋਇਆ, ਕਿਉਂਕਿ ਪਹਿਲਾਂ ਤੂੰ ਕਮਾ ਕੇ ਆਇਆ, ਤੇਰਾ ਬਟੂਆ ਹੈਗਾ, ਉਹ ਵੀ ਤੈਨੂੰ ਜਿਹੜਾ ਹੈਗਾ ਭੋਗਣੇ ਪਊਗੇ। ਉਹਨਾਂ ਦੇ ਅਧੀਨ, ਉਹਨਾਂ ਲੀਹਾਂ 'ਚ ਹੀ ਚੱਲਣਾ ਹੈ। ਉਹ ਲੀਹਾਂ ਵੀ ਜੇ ਤੋੜਨੀਆਂ, ਦੇਖ ਲਓ, ਜਿਹੜਾ ਕਦੀ ਪੁਰਾਣਾ ਕਿਸੇ ਨੇ ਗੱਡੇ ਗੁੱਡੇ ਦੇਖੇ ਹੋਣ ਤੇ ਲੱਦੇ ਹੁੰਦੇ, ਬੋਰੀਆਂ ਲੱਦੀਆਂ ਜਾਂ ਟਰਾਲੀ ਨਹੀਂ ਕਹਿ ਸਕਦੇ, ਗੱਡੇ ਦਾ ਗੱਡਾ ਪੂਰਾ ਪਹਿਲਾਂ ਦਾਣੇ ਲੱਦੇ ਹੁੰਦੇ ਸੀ ਗੱਡੇ ਦੇ ਵਿੱਚ, ਉਹ ਪਾ ਕੇ ਨਾ 4 ਚੁਫੇਰੇ ਜਿਹੜਾ ਹੈਗਾ ਉਹ ਕੱਪੜਾ ਜਿਹਾ ਕਰਕੇ ਤੇ ਦਾਣੇ ਲਾ ਦਿੰਦੇ ਤੇ ਉੱਪਰ ਤੱਕ, ਤੇ ਜਦ ਜਾਂਦੇ ਸੀਗੇ ਤੇ ਉਹ ਲੀਹਾਂ ਬਣੀਆਂ ਹੁੰਦੀਆਂ ਸੀ ਬਰਸਾਤ ਦੀਆਂ, ਐਸੀਆਂ ਲੀਹਾਂ, ਉਹਦੇ ਵਿੱਚ ਗੱਡਾ ਚੱਲੀ ਜਾਂਦਾ ਆਰਾਮ ਨਾਲ, ਜਿਹੜਾ ਹੈਗਾ ਹੱਕਣ ਵਾਲਾ ਵੀ ਆਰਾਮ ਨਾਲ, ਬਲਦ ਵੀ ਜਾਏ ਚੱਲਦੇ। ਜਿੱਥੇ ਕੋਈ ਲੀਹ ਤੋਂ ਹਟਾਉਣਾ ਹੈ ਉਹਨੂੰ ਦੇਖੋ ਫਿਰ ਕਿਵੇਂ ਬਲਦ ਦੇ ਕੰਨ ਪਾੜ ਜਾਂਦੇ ਆ, ਕਿੰਨਾ ਜ਼ੋਰ ਲੱਗਦਾ ਹੈ। ਉਹ ਵੀ ਜਿਹੜਾ ਹੈਗਾ ਉੱਤਰ ਕੇ ਜਿਹੜਾ ਹੈਗਾ ਪਹੀਏ ਨੂੰ ਜਿਹੜਾ ਹੈਗਾ ਘੁਮਾਉਂਦਾ ਹੈ। ਸੋ ਕਮਾਵੇ ਤੁਰ ਲਿਖਿਆ ਹੋਏ, ਇਹ ਤੁਰੋਂ ਜਿਹੜਾ ਹੈਗਾ ਪਾਏ, ਜੋ ਲੀਹਾਂ ਬਣੀਆਂ ਆ ਉਹਨਾਂ ਨੇ ਬਾਧਿਤ ਕਰਨਾ ਹੈ ਆਪਾਂ ਨੂੰ। ਇਹ ਵੀ ਹੈਗਾ ਪਾਏ, ਇਹਨੂੰ ਆਪਾਂ ਨੂੰ ਧਿਆਨ ਰੱਖਣਾ ਪੈਣਾ ਕਿ ਮਨ ਜਿਹੜਾ ਹੈਗਾ ਇਹਦੇ ਸੰਸਕਾਰ ਹੈਗੇ। ਮਨ ਨੂੰ ਜਿਹੜਾ ਹੈਗਾ ਇਹਨੂੰ ਗੁਰੂ ਦੀ ਮੱਤ ਦੁਆਰਾ, ਇਹ ਧਿਆਨ ਸਿਮਰਨ ਦੁਆਰਾ ਜਿਹੜਾ ਹੈਗਾ ਆਪਾਂ ਇਹ ਲੀਹਾਂ ਤੋੜ ਸਕਦੇ ਹਾਂ।
ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ ਰਹਾਓ। ਐਸਾ ਜਗ, ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਜਿਹੜੇ ਹੈਗੇ ਲੋਕ ਕੀ ਚਾਹੁੰਦੇ ਆ? ਸਾਰੇ ਚਾਹੁੰਦੇ ਸੁਖ ਹੋਣ, ਸੁਖ ਚਾਹੁੰਦੇ, ਭੋਗ ਵਿਲਾਸ ਚਾਹੁੰਦੇ, ਸਾਰੇ ਖੁਸ਼ੀ ਚਾਹੁੰਦੇ ਆ। ਪਰ ਖੁਸ਼ੀ ਚਾਹੁੰਦੇ ਕਹਿੰਦੇ ਨਾਮ ਨੂੰ ਛੱਡ ਕੇ, ਧਿਆਨ ਸਿਮਰਨ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਜਿਹੜਾ ਹੈਗਾ ਖੁਸ਼ੀ ਚਾਹੁੰਦੇ। ਉਹ ਮਾਲਕ ਕਹਿੰਦਾ ਮੈਂ ਪਾਈ ਨਹੀਂ ਇਹਦੇ ਵਿੱਚ, ਇਹ ਤਾਂ ਜੂਆ, ਇਹ ਤਾਂ ਟਰੈਪ ਹੈ, ਇਹ ਤਾਂ ਧੋਖਾ, ਇਹ ਤਾਂ ਹਾਰ ਆ। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ ਰਹਾਓ। ਰਹਾਓ ਦੀ ਪੰਕਤੀ ਹੈਗੀ ਭਾਈ, ਸਭ ਸੁਖ ਮੰਗੇ ਨਾਮ ਵਿਸਾਰੀ। ਅਦਿਸ਼ਟ ਦਿਸੈ ਤਾਂ ਕਿਹਾ ਜਾਏ। ਹੁਣ ਗੱਲ ਤਾਂ ਇੱਥੇ ਆ ਨਾ, ਪਿਆਰ ਕਿਵੇਂ ਪਏ? ਉਹਦਾ ਅਦ੍ਰਿਸ਼ਟ ਹੈਗਾ ਮਾਲਕ ਪਰਮਾਤਮਾ, ਉਹਦਾ ਤਾਂ ਕੁਝ ਦਿਸਦਾ ਵੀ ਨਹੀਂ ਹੈ, ਕਿਸੇ ਪਾਸਿਓਂ ਪਤਾ ਹੀ ਨਹੀਂ ਲੱਗਦਾ। ਕਹਿੰਦੇ ਉਹ ਦਿਸੇ ਤਾਂ ਕੁਛ ਕਿਹਾ ਜਾਏ, ਉਹਦਾ ਤਾਂ ਪਿਆਰ ਪਏ ਉਹਦੇ ਨਾਲ। ਗੇਮ ਦੇਖ ਲਓ ਕਿੰਨੀ ਹਾਰਡ ਹੈਗੀ ਆ। ਅਦਿਸ਼ਟ ਦਿਸੈ ਤਾਂ ਕਿਹਾ ਜਾਏ, ਬਿਨ ਦੇ ਕੇ ਕਹਿਣਾ ਬਿਰਥਾ ਜਾਏ। ਬਗੈਰ ਦੇ ਕੇ ਕੀ ਕਹਿ ਸਕਦੇ ਹਾਂ ਉਹਦੇ ਬਾਰੇ? ਕਹਿੰਦੇ ਵਿਅਰਥ ਆ ਫਿਰ ਬਗੈਰ ਦੇ ਕੇ ਬੋਲਣਾ। ਬਿਨ ਦੇ ਕੇ ਕਹਿਣਾ ਬਿਰਥਾ ਜਾਏ। ਕਹਿੰਦੇ ਦਿਸਦਾ ਹੈ ਪਾਏ, ਗੁਰਮੁਖ ਦਿਸੈ ਸਹਿਜ ਸੁਭਾਏ। ਗੁਰੂ ਦੇ ਰਾਹੀਂ ਦਿਸੂਗਾ ਪਾਏ, ਆਗਿਆਨ ਦੇ ਰਾਹੀਂ ਦਿਸੂਗਾ, ਸਹਿਜ ਅਵਸਥਾ ਜਾਏਗਾ ਤਾਂ ਦਿਸੂਗਾ। ਸੂ ਪਾਏ, ਪਿਆਰ ਪਾਏਗਾ ਤਾਂ ਦਿਸੂਗਾ। ਗੁਰਮੁਖ ਦਿਸੈ ਸਹਿਜ ਸੁਭਾਏ, ਸੇਵਾ ਸੁਰਤ ਏਕ ਲਿਵ ਲਾਏ। ਆਹ ਸੇਵਾ ਕਰੇਗਾ, ਸੁਰਤ ਦੇ ਨਾਲ ਸੇਵਾ ਕਰੇਗਾ। ਸੇਵਾ ਸੁਰਤ, ਸ਼ਬਦ ਸੁਰਤ ਦੀ ਖੇੜਿਆ, ਇੱਕ ਲਿਵ ਲਾ ਲੇਗਾ ਤੇ ਦਿਸ ਪੂਗਾ ਮਾਲਕ ਪਰਮਾਤਮਾ। ਦੇਖੋ ਕਿੰਨਾ ਜਿਹੜਾ ਕ੍ਰਿਸਟਲ ਕਲੀਅਰ ਰਸਤਾ ਹੈਗਾ, ਕ੍ਰਿਸਟਲ ਕਲੀਅਰ ਬਾਣੀ। ਕਿਸੇ ਪਾਸਿਓਂ ਜਿਹੜਾ ਹੈਗਾ ਆਪਾਂ ਨੂੰ ਇੱਕ ਜਿਹੜਾ ਮਾਮੂਲੀ ਜਿਹਾ ਵੀ ਜਿਹੜਾ ਡਾਊਟ ਨਹੀਂ ਰਹਿਣ ਦੇ ਰਹੀ। ਇੰਨਾ ਆਪਣੇ ਉੱਤੇ ਦੇਖੋ ਮਾਲਕ ਦੀ ਬਖਸ਼ਿਸ਼ ਹੈਗੀ ਐ ਆ ਜਿਹੜੇ ਹੈਗੇ ਵਿਚਾਰ ਦੇ ਉੱਤੇ। ਸੁਖ ਮੰਗਤ ਦੁੱਖ ਆਗਲ ਹੋਏ। ਔਰ ਐਸੀ ਮਾਇਆ ਹੈਗੀ ਆ, ਇਹ ਮਾਇਆ ਦੇ ਵਿੱਚ ਆਪਾਂ ਸੁਖ ਚਾਹੁੰਦੇ ਆ। ਮਾਲਕ ਕਹਿੰਦਾ ਇਹ ਮਾਇਆ ਸੁਖ, ਇਹ ਤਾਂ ਦੁੱਖ ਹੈਗੇ ਪਿਆਰਿਆ। ਤੂੰ ਦੁੱਖ ਮੰਗ ਰਿਹਾ ਹੈ ਮੇਰੇ ਬੱਚੇ, ਤੂੰ ਦੁੱਖ ਮੰਗ ਰਿਹਾ ਹੈ, ਤੂੰ ਸੁਖ ਨਹੀਂ ਮੰਗ ਰਿਹਾ, ਦੁੱਖ ਮੰਗ ਰਿਹਾ ਹੈ। ਸੁਖ ਮੰਗਤ ਦੁੱਖ ਆਗਲ ਹੋਏ, ਤੇਰੇ ਅੱਗੇ ਦੁੱਖ ਨੇ ਆਉਣਾ ਆ। ਤੇਰੀ ਡਿਮਾਂਡ ਗਲਤ ਹੈ ਪਿਆਰਿਆ, ਤੇਰੀ ਡਿਮਾਂਡ ਗਲਤ ਹੈਗੀ। ਸੁਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਤੂੰ ਤਾਂ ਇਸੇ ਤਰੀਕਾ ਆਏ ਮੰਗ ਮੰਗ ਕੇ ਵਿਕਾਰਾਂ ਦੇ ਹਾਰ ਪਰੋਈ ਜਾ ਰਿਹਾ ਹੈ, ਵਿਕਾਰਾਂ ਨੂੰ ਹੀ ਗਲ 'ਚ ਪਾਇਆ ਹੋਇਆ ਤੂੰ। ਇੱਕ ਬਿਨਾ ਝੂਠੇ ਮੁਕਤ ਨਾ ਹੋਏ। ਕਹਿੰਦੇ ਇੱਕ ਤੋਂ ਬਗੈਰ, ਦੇਖ ਲਾ ਪਿਆਰਿਆ, ਇੱਕ ਡਿਮਾਂਡ ਹੈ ਮਾਲਕ ਪਰਮਾਤਮਾ, ਉਹਦੀ ਡਿਮਾਂਡ, ਉਹਦੀ ਭਗਤੀ, ਮੁਕਤੀ ਨਹੀਂ ਹੋ ਸਕਦੀ ਭਾਈ। ਇੱਕ ਤੋਂ ਬਗੈਰ ਮੁਕਤੀ ਨਹੀਂ ਹੋ। ਦੋ ਦੇ ਵਿੱਚ ਹੈਗਾ ਮਾਇਆ। ਜਦ ਤੱਕ ਜਿਹੜੇ ਅੰਦਰ ਜਿਹੜੀ ਹੈਗੀ ਉਹਨੂੰ ਸੱਚ ਮੰਨਿਆ ਹੋਇਆ ਤੂੰ, ਮੁਕਤੀ ਦਾ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਕ ਬਿਨਾ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੇ ਸੋਏ। ਮਾਲਕ ਨੇ ਕੀਤੀ ਹੈ ਖੇਡ, ਬਣਾਈ ਹੋਈ ਹੈ, ਔਰ ਪੂਰੀ ਖੇਡ ਨੂੰ ਦੇਖ ਰਿਹਾ। ਉਹਦੀ ਮਰਜ਼ੀ ਹੈਗੀ, ਖੇਡ ਇਸ ਤਰ੍ਹਾਂ ਹੀ ਖੇਡਣੀ ਹੈ ਉਹਨੇ, ਉਹਦੀ ਮਰਜ਼ੀ ਕਰਤਾ ਹੈਗਾ ਉਹ, ਔਰ ਖੇਡ ਨੂੰ ਦੇਖ ਰਿਹਾ, ਉਹਨੂੰ ਪਸੰਦ ਹੈ ਇਹ ਖੇਡ। ਕਰ ਕਰ ਕਰਤਾ ਦੇਖੇ ਸੋਏ। ਚੌਥਾ ਬੰਦ, ਤ੍ਰਿਸ਼ਨਾ ਅਗਨ ਸ਼ਬਦੇ ਬੁਝਾਏ। ਆ ਇੱਕੋ ਹੀ ਤਰੀਕਾ ਹੈ ਭਾਈ, ਮਾਇਆ ਦੀ ਖਿੱਚ, ਤ੍ਰਿਸ਼ਨਾ ਆਗਿਆ ਹੈਗੀ, ਇੰਨੀ ਆਗਿਆ ਹੈਗੀ ਭਾਈ। ਕਹਿੰਦੇ ਇੰਨੀ ਆਗਿਆ ਹੈਗੀ, ਉਹ ਨੀਲ ਅਨੀਲ ਕਹਿੰਦੇ ਇੰਨੀ ਜ਼ਿਆਦਾ ਆਗਿਆ ਹੈਗੀ ਤ੍ਰਿਸ਼ਨਾ ਦੀ। ਆ ਪਿੱਛੇ ਆਪਾਂ ਕੱਲ ਦੇ ਅੰਗ 'ਚ ਦੇਖਿਆ ਸੀਗਾ। ਤ੍ਰਿਸ਼ਨਾ ਆਗਨ ਸ਼ਬਦ ਦੇ ਬੁਝਾਏ। ਕਹਿੰਦੇ ਸ਼ਬਦ ਦੇ ਦੁਆਰਾ ਬੁਝ ਸਕਦੀ ਹੈ ਭਾਈ, ਸ਼ਬਦ ਨੂੰ ਪ੍ਰਗਟ ਕਰਨਾ ਪਊਗਾ। ਸ਼ਬਦ ਕੀ ਹੈਗਾ? ਗਿਆਨ ਹੈਗਾ। ਸ਼ਬਦ ਗਿਆਨ ਲੈਣਾ ਪਊਗਾ, ਧਿਆਨ ਕਰਨਾ ਪਊਗਾ। ਉਹਦੇ ਨਾਲ ਜਿਹੜਾ ਹੈਗਾ ਲਹਿਰਾਂ, ਤੇਰੀਆਂ ਤ੍ਰਿਸ਼ਨਾ ਦੀਆਂ ਲਹਿਰਾਂ ਸ਼ਾਂਤ ਹੋ ਸਕਦੀਆਂ। ਦੂਜਾ ਭਰਮ ਸਹਿਜ ਸੁਭਾਏ। ਦੂਜਾ ਕਹਿੰਦੇ ਭਰਮ ਆ ਭਾਈ, ਦੂਜਾ ਭਰਮ ਹੈਗਾ। ਸਹਿਜ ਦੇ ਵਿੱਚ ਆਉਣਾ ਪਊਗਾ, ਪਿਆਰ ਪਾਉਣਾ ਪਊਗਾ ਇਹ ਭਗਤੀ ਨੂੰ, ਪਰਮੇਸ਼ਰ ਨੂੰ, ਪਰਮਾਤਮਾ ਨੂੰ। ਦੂਜਾ ਭਰਮ ਸਹਿਜ ਸੁਭਾਏ, ਸਹਿਜ ਅਵਸਥਾ ਦੇ ਨਾਲ ਪਿਆਰ ਪਾਉਣ ਦੇ ਨਾਲ ਦੂਜਾ ਭਰਮ ਹੈ। ਕਹਿੰਦੇ ਦੂਜਾ ਹੈ ਹੀ ਨਹੀਂ ਕੁਛ। ਭਰਮ ਹੈ, ਤੈਨੂੰ ਰੱਸੀ ਪਈ ਹੈ, ਸੱਪ ਸਮਝੀ ਜਾ ਰਿਹਾ ਹੈ ਤੂੰ। ਦੂਜਾ ਭਰਮ ਸਹਿਜ ਸੁਭਾਏ। ਗੁਰਮਤਿ ਨਾਮ ਹਿਰਦੈ ਵਸਾਏ।
ਆ ਦੇਖ ਲਓ ਕਲੀਅਰ ਕੱਟ ਗੁਰਮਤੀ ਆ ਗਿਆ। ਜਿੱਥੇ ਗੁਰਮਤੀ ਆ ਗਿਆ, ਜਿੱਥੇ ਗੁਰਮੁਖ ਆ ਜਾਏ ਖੱਕੇ ਦੀ ਸਿਆਰੀ, ਫੱਟ ਸਮਝ ਲਓ ਭਾਈ ਇਹ ਗੁਰੂ ਦੀ ਮੱਤ ਹੈਗੀ ਭਾਈ, ਗੁਰੂ ਦਾ ਗਿਆਨ ਹੈ, ਬ੍ਰਹਮ ਗਿਆਨ, ਸ਼ਬਦ ਬ੍ਰਹਮ। ਗੁਰਮਤੀ ਨਾਮ ਹਿਰਦੈ ਵਸਾਏ, ਬਸ ਆਇਆ ਭਾਈ ਗੁਰੂ ਦਾ ਮੱਤ ਦਾ ਪਰਪਸ। ਨਾਮ ਨੂੰ ਹਿਰਦੇ 'ਚ ਵਸਾ ਲਾ, ਨਾਮ ਦੇ ਵਾਸਤੇ ਆਇਆ ਹੈ, ਨਾਮ ਤੈਨੂੰ ਨਾਮ ਤੱਕ ਜਾਣਾ ਹੈ। ਇਹ ਗੱਲ ਤੇਰੇ ਸਮਝ ਲਾ, ਇਹੀ ਸੱਚ ਹੈਗਾ, ਬਾਕੀ ਕੱਚ ਹੈਗਾ ਸਾਰਾ। ਗੁਰਮਤੀ ਨਾਮ ਹਿਰਦੈ ਵਸਾਏ, ਸਾਚੀ ਬਾਣੀ ਹਰ ਗੁਣ ਗਾਏ। ਬਸ ਸੱਚੀ ਬਾਣੀ ਅੰਦਰ ਪ੍ਰਗਟ ਕਰ ਲਾ ਪਿਆਰਿਆ, ਪਰਮੇਸ਼ਰ ਦੇ ਗੁਣ ਗਾ ਲਾ, ਪਰਮੇਸ਼ਰ ਦੇ ਗੁਣ ਇਕੱਠੇ ਕਰ ਲਾ। ਤਨ ਮੈਂ ਸਾਚੋ ਗੁਰਮੁਖੇ ਭਾਓ, ਤਨ ਦੇ ਅੰਦਰ ਹੀ ਹੈਗਾ ਭਾਈ ਸੱਚਾ ਮਾਲਕ ਪਰਮਾਤਮਾ। ਇਸ ਸਰੀਰ ਦੇ ਅੰਦਰ ਹੀ ਮਿਲਣਾ ਹੈ ਉਸ ਮਾਲਕ ਪਰਮਾਤਮਾ ਨੇ। ਹਰੇਕ ਦੇ ਅੰਦਰ ਹੈਗਾ, ਹਰੇਕ ਦੇ ਅੰਦਰ, ਹਰੇਕ ਦੇ ਤਨ ਦੇ ਵਿੱਚ ਮਾਲਕ ਹੈਗਾ। ਤਨ ਮੈਂ ਸਾਚੋ ਗੁਰਮੁਖੇ ਭਾਓ, ਗੁਰੂ ਦੇ ਰਾਹੀਂ ਪਿਆਰ ਪੈ ਸਕਦਾ ਹੈ ਉਹਨੂੰ, ਜੇ ਮਿਲਣਾ ਚਾਹੁੰਦੇ ਆਪਾਂ ਤੇ। ਨਾਮ ਬਿਨਾ ਨਾ ਹੀ ਨਿਜ ਠਾਉ, ਨਾਮ ਤੋਂ ਬਗੈਰ ਨਿਜ ਠਾਂ ਨਹੀਂ ਮਿਲ ਸਕਦਾ। ਨਾਮ ਪਹਿਲਾਂ ਮਿਲਣਾ ਹੀ ਹੈ ਭਾਈ, ਅੰਮ੍ਰਿਤ ਰਸ ਆਏਗਾ। ਨਾਮ ਬਿਨਾ ਇਹ ਕਾਮ ਕ੍ਰੋਧ ਲੋਭ ਓਂਕਾਰ ਵਸ ਚ ਆਉਣਗੇ। ਨਾਮ ਬਿਨਾ ਨਾ ਹੀ ਨਿਜ ਠਾਉ, ਕਿਉਂਕਿ ਇਹਨਾਂ ਨੇ ਤਾਂ ਵੇੜਿਆ ਹੋਇਆ ਨਾਮ ਵਾਲੀ ਵਸਤੂ ਨੂੰ। ਨਾਮ ਬਿਨਾ ਨਾ ਹੀ ਨਿਜ ਠਾਉ, ਚੌਥੇ ਪਦ ਜਿਹੜਾ ਹੈਗਾ ਨਿਜ, ਜਿੱਥੇ ਜਿਹੜਾ ਟਿਕਾਣਾ ਹੈਗਾ ਅਸਲੀ, ਆਤਮ ਦਰਸ਼ਨ, ਆਤਮ ਗਿਆਨ। ਨਾਮ ਬਿਨਾ ਨਾ ਹੀ ਨਿਜ ਠਾਉ, ਆਤਮ ਗਿਆਨ। ਨਾਮ ਬਿਨਾ ਪ੍ਰੇਮ ਪਰਾਇਣ ਪ੍ਰੀਤਮ ਰਾਓ, ਲਓ ਦੇਖ ਲਓ ਆ ਗਿਆ ਪ੍ਰੇਮੋਪ ਕਬੀਰ ਜੀ ਦਾ। ਪੋਥੀ ਪੜ ਪੜ ਜਗ ਮੁਆ ਪੰਡਿਤ ਪਿਆ ਨਾ ਕੋਏ, 2.5 ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ। ਲਓ ਦੇਖ ਲਓ ਭਾਈ, ਆਪਾਂ ਨੇ ਅੱਜ ਹੀ ਆ ਦੇਖ ਲਓ ਪ੍ਰੇਮ, ਉਹੀ ਸੇਮ ਵਰਡ ਆ ਗਿਆ, ਪ੍ਰੇਮ ਪਰਾਇਣ ਪ੍ਰੀਤਮ ਰਾਓ। ਕਹਿੰਦੇ ਉਹ ਰਾਓ, ਉਹ ਮਾਲਕ ਪਰਮਾਤਮਾ ਪ੍ਰੇਮ ਦੇ ਵਸ ਹੈਗਾ ਭਾਈ, ਪ੍ਰੇਮ ਦੇ ਵਸ ਹੈਗਾ। ਪਰਾਇਣ ਕਹਿੰਦੇ ਵਾਸਿਆ, ਪ੍ਰੇਮ ਪਰਾਇਣ ਪ੍ਰੀਤਮ ਰਾਓ। ਨਜ਼ਰ ਕਰੇ ਤਾਂ ਬੂਝੇ ਨਾਉ, ਮਿਹਰ ਕਰਦਾ ਤੇ ਨਾਮ ਵਾਲੀ ਚੀਜ਼ ਨੂੰ ਬੁੱਝ ਲੈ ਇਨਸਾਨ, ਬਈ ਆਹ ਕੰਮ ਕਰਨਾ ਹੈ, ਮੈਂ ਆਇਆ ਮੇਰਾ ਪ੍ਰਯੋਜਨ। ਫਿਰ ਉਹ ਥੋੜੀ ਨਾ ਇੱਧਰ ਉੱਧਰ ਦੇਖੂਗਾ। ਇੱਧਰ ਉੱਧਰ ਜਿਹੜੀਆਂ ਹੈਗੀਆਂ ਛੋਟੀ ਛੋਟੀਆਂ ਝਾੜੀਆਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਉਹ ਕਰਦਾ, ਫਿਰ ਉਹ ਤਾਂ ਦੌੜ ਕੇ ਅੱਗੇ ਲੰਘੂਗਾ ਆਪਣੇ ਰਸਤੇ ਦੇ ਉੱਤੇ। ਨਜ਼ਰ ਕਰੇ ਤਾਂ ਬੂਝੇ ਨਾਉ, ਮਾਇਆ ਮੋਹ ਸਰਬ ਜੰਜਾਲਾ। ਮਾਇਆ ਦਾ ਮੋਹ ਪਾਈ ਸਾਰੇ ਜੰਜਾਲ ਹੈਗੇ ਆ। ਇਹ ਮੋਹ ਹੈਗਾ, ਇਹ ਜੋ ਮਾਲਕ ਨੇ ਮਾਇਆ ਨੇ ਅਮਰ ਵਰਤਾਇਆ ਹੋਇਆ। ਮਾਇਆ ਮੋਹ ਸਰਬ ਜੰਜਾਲਾ, ਮਨਮੁਖ ਕੁਚੀਲ ਕੁਛਿਤ ਵਿਕਰਾਲਾ। ਔਰ ਮਨਮੁਖ ਜਿਹੜਾ ਮਨ ਦੇ ਪਿੱਛੇ ਚੱਲ ਰਿਹਾ ਭਾਈ, ਮਨ ਨੇ ਤਾਂ ਮਾਇਆ ਹੀ ਕਹਿਣੀ ਆ, ਮਨ ਨੇ ਤਾਂ ਪਦਾਰਥ ਚੋਗਾ ਹੀ ਮੰਗਣਾ ਹੈ ਭਾਈ, ਔਰ ਕੁਚੀਲ ਰਹੂਗਾ। ਕੁਚੀਲ ਕਹਿੰਦੇ ਬਹੁਤ ਮੈਲਾ, ਇੰਨੇ ਪਾਪ ਕਰ ਕਰਕੇ ਇੰਨੀ ਮੈਲ ਕਾਲਕ ਚੜੀ ਹੋਈ ਹੈ ਇਹਦੇ ਉੱਤੇ। ਕੁਛਿਤ ਕਹਿੰਦੇ ਆ, ਛਿੱਤ ਮਤਲਬ ਛਾਇਆ ਹੋਇਆ, ਕੂ ਮਤਲਬ ਬੈਡ, ਗਲਤ। ਇਹਦੇ ਉੱਤੇ ਜਿਹੜੇ ਹੈਗੇ ਸੰਸਕਾਰ ਜਿਹੜੇ ਹੈਗੇ ਛਾਏ ਪਏ, ਅਮਲ, ਇਹਦੀਆਂ ਆਦਤਾਂ। ਵਿਕਰਾਲ ਕਹਿੰਦੇ, ਵਿਕਰਾਲਾ, ਇੰਨੇ ਭਿਆਨਕ, ਇੰਨੀ ਭਿਆਨਕ ਹੈਬਿਟਸ ਹੈਗੀਆਂ ਇਹਦੀਆਂ। ਮਨਮੁਖ ਕੁਚੀਲ ਕੁਛਿਤ ਵਿਕਰਾਲਾ, ਸਤਿਗੁਰ ਸੇਵੇ ਚੂਕੈ ਜੰਜਾਲਾ। ਜੇ ਨਿਕਲਣਾ ਹੈ ਬਾਹਰ, ਜੰਜਾਲ ਤੋਂ ਬਾਹਰ ਨਿਕਲਣਾ ਹੈ, ਤੇ ਸਤਿਗੁਰੂ ਦੇ ਅਨੁਸਾਰ ਸੇਵਾ ਕਰਨੀ ਪਊਗੀ ਭਾਈ, ਬ੍ਰਹਮ ਗਿਆਨ ਲੈਣਾ ਪਊਗਾ, ਸਤਿਗੁਰ ਸੇਵੇ ਧਿਆਨ ਸਿਮਰਨ ਕਰਨਾ ਪਊਗਾ। ਸਤਿਗੁਰ ਸੇਵੇ ਚੂਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਭਾਈ ਹਮੇਸ਼ਾ ਵਾਸਤੇ ਸੁਖੀ ਹੋਣਾ ਹੈ ਤੇ ਅੰਮ੍ਰਿਤ ਨਾਮ ਤੇਰੇ ਅੰਦਰ ਹੀ ਹੈਗਾ, ਉੱਥੇ ਤੱਕ ਯਾਤਰਾ ਕਰਨੀ ਪਊਗੀ। ਅੰਮ੍ਰਿਤ ਨਾਮ, ਅੰਮ੍ਰਿਤ ਦੇ ਜਿਹੜੇ ਹੈਗੇ ਚਰਨਾਂ 'ਚ ਲਾਉਣਾ ਪੈਣਾ ਤੈਨੂੰ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਹਟਾਉਣੇ ਪੈਣੇ ਆ, ਤਾਂ ਜਿਹੜਾ ਹੈਗਾ ਆਪਣੇ ਆਪ ਚਰਨਾਂ ਫੁੱਟ ਪੈਣਾ। ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖੇ ਬੂਝੈ ਏਕ ਲਿਵ ਲਾਏ। ਕਹਿੰਦੇ ਬੁੱਝ ਸਕਦਾ ਹੈ ਤੂੰ ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਦੁਆਰਾ, ਗਿਆਨ ਦੇ ਦੁਆਰਾ। ਆ ਗਿਆਨ ਆਪਾਂ ਨੂੰ ਇਹੀ ਗੱਲ ਤਾਂ ਸਮਝਾ ਰਿਹਾ, ਦੇਖੋ ਕਿੰਨਾ ਤਾਂ ਆਪਾਂ ਨੂੰ ਸਮਝਾ ਰਿਹਾ ਮਹਾਰਾਜ।
ਬਾਹਰ ਜਿਹੜਾ ਕੱਚ ਦੇ ਬਾਰੇ ਦੱਸ ਰਿਹਾ, ਸੱਚ ਦੇ ਬਾਰੇ ਦੱਸ ਰਿਹਾ, ਅੰਮ੍ਰਿਤ ਦੇ ਬਾਰੇ ਦੱਸ ਰਿਹਾ, ਸਾਰੀ ਚੀਜ਼ ਮਨ ਦੇ ਬਾਰੇ ਦੱਸ ਰਿਹਾ। ਜੇ ਆਪਾਂ ਬੁੱਝ ਲਵਾਂਗੇ ਤੇ ਲਿਵ ਲਾਉਣੀ ਸ਼ੁਰੂ ਕਰ ਦਾਂਗੇ। ਗੁਰਮੁਖ ਬੂਝੇ ਏਕ ਲਿਵ ਲਾਏ, ਨਹੀਂ ਤਾਂ ਜਿਹੜਾ ਹੈਗਾ ਭਾਵੇਂ ਇੱਧਰੋਂ ਸੁਣਿਆ ਉੱਧਰ ਗਿਆ। ਗੁਰਮੁਖ ਬੂਝੇ ਏਕ ਲਿਵ ਲਾਏ, ਨਿਜ ਘਰ ਵਾਸੈ ਸਾਚ ਸਮਾਏ। ਨਿਜ ਘਰ ਪਹੁੰਚ ਜਾਵਾਂਗੇ ਭਾਈ, ਸੱਚ ਦੇ ਵਿੱਚ ਸਮਾ ਜਾਵਾਂਗੇ। ਪ੍ਰੈਕਟੀਕਲ ਹੈਗਾ ਭਾਈ, ਬਿਲਕੁਲ ਸਾਇੰਟੀਫਿਕ ਹੈ। 2+2 4 ਕਰਕੇ ਦੇਖੋ, ਕਰਕੇ ਪ੍ਰੈਕਟੀਕਲ ਕਰੋ। ਗੱਲਾਂ ਬਾਤਾਂ ਦੇ ਨਾਲ ਨਹੀਂ ਭਾਈ ਗੱਲ ਬਣਨੀ। ਗੁਰਮੁਖ ਬੂਝੇ ਏਕ ਲਿਵ ਲਾਏ, ਨਿਜ ਕਰ ਵਾਸੈ ਸਾਚ ਸਮਾਏ। ਜੰਮਣ ਮਰਨਾ ਠਾਕ ਰਹਾਏ, ਤਾਂ ਭਾਈ ਜਨਮ ਮਰਨ ਦਾ ਗੇੜਾ ਰੁਕ ਸਕਦਾ ਹੈ, ਠਾਕਿਆ ਜਾ ਸਕਦਾ ਹੈ। ਨਹੀਂ ਤਾਂ ਭਾਈ ਇਸੇ ਤਰੀਕੇ ਦੇ ਨਾਲ ਗਤੀ ਹੁੰਦੀ ਰਹਿਣੀ ਹੈ, ਜੂਨਾਂ 'ਚ ਭਟਕਦੇ ਰਹਿਣਾ ਹੈ। ਪੂਰੇ ਗੁਰ ਤੇ ਇਹ ਮਤ ਪਾਏ। ਦੇਖ ਲਓ ਭਾਈ ਜੀ, ਆ ਹੁਣ ਮੱਤ ਆ ਰਹੀ ਆ, ਪੂਰਾ ਗੁਰੂ ਹੈ ਕਿ ਨਹੀਂ, ਆਪਣੇ ਆਪ ਦੇਖ ਲਓ। ਪੂਰੇ ਗੁਰ ਤੇ ਇਹ ਮਤ ਪਾਏ। ਆਹ ਮੱਤ ਜਿੱਥੋਂ ਆਉਂਦੀ ਆ ਉਹ ਪੂਰਾ ਹੈ ਭਾਈ। ਇਹੋ ਜਿਹੀ ਮੱਤ ਜਿਹਦੇ ਕੋਲ ਹੈਗੀ ਤੇ ਆ ਬ੍ਰਹਮ ਮੱਤ ਹੈਗੀ ਆ, ਬ੍ਰਹਮ ਗਿਆਨ ਹੈਗਾ। ਪੂਰੇ ਗੁਰ ਤੇ ਇਹ ਮਤ ਪਾਏ, ਇਹਦਾ ਮਤਲਬ ਪੂਰਾ ਲਿਖਣ ਦੀ ਕੀ ਲੋੜ ਸੀਗੀ? ਇਹਦਾ ਮਤਲਬ ਅਧੂਰੇ ਵੀ ਹੈਗੇ ਦੁਨੀਆ ਦੇ ਵਿੱਚ, ਟਪਲਾ ਖਾ ਜਾਾਂਗੇ ਆਪਾਂ। ਪੂਰੇ ਗੁਰ ਤੇ ਇਹ ਮਤ ਪਾਏ, ਕਥਨੀ ਕਥੋਂ ਨਾ ਆਵੇ ਹੋਰ। ਲਓ ਦੇਖ ਲਓ, ਆ ਗਈ ਗੱਲ, ਉੱਥੇ ਹੀ ਪਹੁੰਚ ਕੇ ਵਾਪਸ। ਕਥਨੀ ਕਥੋਂ ਨਾ ਆਵੇ ਹੋਰ। ਕਹਿੰਦੇ ਬਸ ਮੈਂ ਤਾਂ ਗਿਆਨ ਨੂੰ ਪੜ੍ਹੀ ਜਾ ਰਿਹਾ, ਗਿਆਨ ਨੂੰ ਕਥੀ ਜਾ ਰਿਹਾ, ਤੇ ਕੋਈ ਜਿਹੜਾ ਹੈਗਾ ਇਹਦਾ ਐਂਡ ਤਾਂ ਆ ਹੀ ਨਹੀਂ ਰਿਹਾ। ਗੱਲ ਹੀ ਬਾਤਾਂ ਦਾ ਜਿਹੜਾ ਗਿਆਨ ਦਾ ਚਰਚਾ ਦਾ ਜਿਹੜਾ ਹੈਗਾ ਕੋਈ ਐਂਡ ਤਾਂ ਹੈ ਹੀ ਨਹੀਂ ਇਹਦਾ। ਲਈ ਜਾਓ ਗਿਆਨ, ਬਸ ਪੜ੍ਹ ਗੱਡੀ ਲੱਦੀ ਹੈ, ਲੱਦੀ ਜਾਓ। ਕਥਨੀ ਕਥੋਂ ਨਾ ਆਵੇ ਔਰ, ਗੁਰ ਪੂਛ ਦੇਖਿਆ ਨਾਹੀਂ ਦਰ ਹੋਰ। ਆਪਾਂ ਤਾਂ ਗੁਰੂ ਨੂੰ ਪੁੱਛਦੇ ਹੀ ਨਹੀਂ ਆ, ਗੁਰੂ ਜੋ ਕਹਿ ਰਿਹਾ ਉਹ ਕੰਮ ਕਰਦੇ ਹੀ ਨਹੀਂ ਆ। ਗੁਰੂ ਕਹਿੰਦਾ ਭਾਈ ਹੋਰ ਕੋਈ ਚਾਰਾ ਨਹੀਂ ਹੈ, ਹੋਰ ਕੋਈ ਦਰ ਨਹੀਂ ਹੈਗਾ। ਗੁਰਪੁੱਛ ਦੇਖਿਆ ਨਾਹੀਂ ਦਰ ਹੋਰ, ਦੁੱਖ ਸੁੱਖ ਭਾਣੇ ਤਿਸੇ ਰਜਾਏ। ਕਹਿੰਦੇ ਦੁੱਖ ਸੁੱਖ ਜਿਹੜਾ ਹੈਗਾ ਮਾਲਕ ਦਾ ਪਾਣਾ ਹੈਗਾ, ਮਾਲਕ ਦੀ ਖੇਡ ਹੈਗੀ, ਮਾਲਕ ਦੇ ਨਿਯਮ ਹੈਗੇ, ਉਹਦੇ ਅਨੁਸਾਰ ਤੇਰੇ ਪਿਛਲੇ ਸੰਸਕਾਰ ਹੈਗੇ ਆ, ਉਹਦੀ ਰਜ਼ਾ ਹੈਗੀ। ਇਹਨੂੰ ਐਕਸੈਪਟ ਕਰ। ਇਹ ਦੁੱਖ ਸੁੱਖ ਦੇ ਵਿੱਚ ਚੱਲਣਾ ਪਊਗਾ, ਇਹ ਲੀਹਾਂ ਦੇ ਵਿੱਚ ਚੱਲਣਾ ਪਊਗਾ ਤੈਨੂੰ। ਇਹਨਾਂ ਦੇ ਨਾਲ ਹੀ ਜਿਹੜਾ ਹੈਗਾ ਜੋ ਤੇਰੇ ਹੈਗਾ ਉਸੇ ਦੇ ਨਾਲ ਆਪਾਂ ਨੂੰ, ਜੇ ਸਾਧਨ ਹੈਗੇ ਜੋ ਮਾਲਕ ਕਰ ਰਿਹਾ ਹੈ ਉਸੇ ਦੇ ਵਿੱਚ ਆਪਾਂ ਨੂੰ ਗਤੀ ਕਰਨੀ ਪੈਣੀ ਹੈ। ਇਹ ਲਿਵ ਵਾਲੇ ਰਸਤੇ ਤੇ ਨਾਨਕ ਨੀਚ ਕਹੈ ਲਿਵ ਲਾਏ। ਮਹਾਰਾਜ ਦੇਖੋ ਆਪਣੇ ਆਪ ਕੱਕੇ ਨੂੰ ਔਂਕੜ ਲਗਾਈ ਹੈ, ਨੀਚ ਦੇ ਚੱਚੇ ਨੂੰ ਔਂਕੜ ਲਗਾਈ ਹੈ। ਕਹਿੰਦੇ ਭਾਈ ਲਿਵ ਲਗਾ ਲਾ, ਲਿਵ ਲਗਾ ਲਾ, ਲਿਵ ਲਗਾ ਲਾ, ਧਿਆਨ ਸਿਮਰਨ ਕਰ ਲਾ, ਲਿਵ ਲਗਾ ਲਾ। ਨਾਨਕ ਨੀਚ ਕਹੈ ਲਿਵ ਲਾਏ। ਗੌੜੀ ਮਹਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ। ਦੂਜੀ ਕਹਿੰਦੇ ਆ ਇੱਕ ਪਰਮਾਤਮਾ ਹੈਗਾ, ਔਰ ਦੂਜੀ ਉਹਦੀ ਸ਼ਕਤੀ ਦੇ ਨਾਲ ਮਾਇਆ ਜਿਹੜੀ ਹੈਗੀ ਆ, ਛਲ ਧੋਖਾ ਟਰੈਪ, ਕਹਿੰਦੇ ਉਹ ਦੂਜੀ ਮਾਇਆ, ਦੂਜੀ ਉਹਨੇ ਮਾਇਆ ਬਣਾਈ ਹੈ ਦੁਨੀਆ ਦੇ ਵਿੱਚ। ਜਗਤ ਚਿੱਤ ਵਾਸ। ਜਿੰਨੇ ਵੀ ਜਗਤ ਦੇ ਜੀਵ ਹੈਗੇ, ਇਨਸਾਨ ਹੈਗੇ, ਜੋ ਵੀ ਹੈਗੇ ਭਾਈ, ਉਹਨਾਂ ਦਾ ਚਿੱਤ ਮਾਇਆ ਦੇ ਵਿੱਚ ਵਸਦਾ ਹੈ। ਉਹਨਾਂ ਦੇ ਚਿੱਤ 'ਚ ਮਾਇਆ ਵਸਦੀ ਆ, ਦੂਜੀ ਵਸਦੀ ਹੈ, ਡੁਆਲਿਟੀ ਵਸਦੀ ਹੈ। ਇੰਨੀ ਮਾਇਆ ਸਟਰੋਂਗ ਹੈਗੀ। ਦੂਜੀ ਮਾਇਆ ਜਗਤ ਚਿੱਤ ਵਾਸ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਮਾਇਆ ਕਹਿੰਦੇ ਪਦਾਰਥ ਚੋਗਾ, ਇਹੀ ਚਿੱਤ 'ਚ ਵਸ ਰਿਹਾ, ਇਹਦੇ ਪਿੱਛੇ ਹੀ ਆਪਾਂ ਲੱਗੇ ਹੋਏ ਹਾਂ, ਇਹਦੇ ਪਿੱਛੇ ਹੀ ਗਤੀ ਕਰਦੇ ਹਾਂ। ਇਹਦੇ ਨਾਲ ਕੀ ਹੋ ਜਾਂਦਾ? ਇਹਦੇ ਨਾਲ ਫਿਰ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਸਮਾਂ ਖਤਮ ਹੋ ਜਾਂਦਾ ਹੈ। ਆਪਣੀ ਮਨੁੱਖੀ ਜੀਵਨ ਜਿਹੜੀ ਮਿਲੀ ਹੈ ਉਹ ਖਤਮ ਹੋ ਜਾਂਦੀ ਹੈ, ਬਿਨਸ ਜਾਂਦੀ ਹੈ, ਚਾਂਸ ਖਤਮ ਹੋ ਜਾਂਦਾ, ਪੇਪਰ ਉਹ ਵੱਜ ਜਾਂਦੀ ਹੈ ਬੈਲ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਕਾਮ ਕ੍ਰੋਧ ਅਹੰਕਾਰ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਜਿਹੜੇ ਆਪਾਂ ਖਤਮ ਹੋ ਜਾਂਦੇ ਹਾਂ। ਇਸੇ ਦੇ ਚਾਹੀ ਦੂਜੀ ਮਾਇਆ ਹੈ। ਦੂਜੀ ਮਾਇਆ ਜਗਤ ਚਿਤ ਵਾਸ। ਕਾਮ ਕ੍ਰੋਧ ਅਹੰਕਾਰ
ਵਿਨਾਸ਼। ਇਹਦੇ ਵਿੱਚ ਬਿਨਸ ਜਾਂਦੇ ਆਪਾਂ ਭਾਈ, ਜੀਵਨ ਖਤਮ ਹੋ ਜਾਂਦਾ ਇਹਦੇ ਵਿੱਚ, ਚਾਂਸ ਚਲੇ ਜਾਂਦਾ, ਮਨੁੱਖੀ ਜੂਨ ਗਾਇਬ, ਦੂਜੀਆਂ ਜੂਨਾਂ ਸ਼ੁਰੂ, ਉਹ ਵੀ ਨਹੀਂ ਸ਼ੁਰੂ ਹੁੰਦੀਆਂ। ਪਤਾ ਨਹੀਂ ਕਿੰਨੀ ਦੇਰ ਤੱਕ ਆਪਾਂ ਨੂੰ ਜਿਹੜੇ ਹੈਗੇ ਆ ਭੂਤ ਪ੍ਰੇਤ ਦੀ ਜੂਨ 'ਚ ਰਹਿਣਾ ਪਊਗਾ। ਇਹ ਜਿਹੜਾ ਹੈਗਾ ਆਪਣਾ ਜਿਹੜਾ ਸੂਖਸ਼ਮ ਸਰੀਰ ਜਿਹੜਾ ਹੈਗਾ, ਫਿਰ ਸੂਖਸ਼ਮ ਸਰੀਰ 'ਚ ਰਹਿੰਦਾ ਇਨਸਾਨ, ਇੱਥੋਂ ਜਾਂਦਾ ਹੈ ਸੂਖਸ਼ਮ ਸਰੀਰ ਹੁੰਦਾ ਹੈ ਉਹਦੇ ਕੋਲ, ਫਿਰ ਪਤਾ ਨਹੀਂ ਜਿਹੜਾ ਹੈਗਾ ਫਿਰ ਆਪਣੇ ਜਿਹੜੇ ਹੈਗੇ ਕਦੋਂ ਨੰਬਰ ਲੱਗਣਾ ਹੈ, ਉਸ ਹਿਸਾਬ ਦੇ ਨਾਲ ਫਿਰ ਜਿਹੜਾ ਹੈਗਾ ਫਿਰ ਜਨਮ ਮਿਲਦਾ ਹੈ, ਘਟਾਉਣਾ ਸ਼ੁਰੂ ਹੁੰਦਾ ਹੈ, ਫਿਰ ਇਹੀ ਚੱਲਦਾ ਰਹਿੰਦਾ ਸਿਸਟਮ। ਦੂਜੀ ਮਾਇਆ ਜਗਤ ਚਿਤਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼, ਦੂਜਾ ਕੌਣ ਕਹਾਂ ਨਹੀਂ ਕੋਈ। ਦੇਖੋ ਪਹਿਲੀ ਪਾਤਸ਼ਾਹੀ ਕੀ ਕਹਿ ਰਹੀ ਆ, ਕਹਿੰਦਾ ਦੂਜਾ ਕੌਣ ਆ ਭਾਈ, ਦੂਜਾ ਕੌਣ ਆ, ਕਹਿੰਦੇ ਕਹਾਂ ਕਿੱਥੇ ਆ, ਨਹੀਂ ਕੋਈ, ਕੋਈ ਨਹੀਂ ਹੈ, ਕਹਿੰਦੇ ਦੂਜਾ ਕੋਈ ਨਹੀਂ ਹੈਗਾ। ਆਪਾਂ ਨਹੀਂ ਸਮਝ ਪਾ ਰਹੇ। ਦੇਖੋ ਮਹਾਰਾਜ ਆਪਾਂ ਨੂੰ, ਆਪਣਾ ਗੁਰੂ ਜਿਹੜੇ ਆਪਣੇ ਗਾਈਡ ਆਪਾਂ ਨੂੰ ਕਿੰਨੇ ਪਿਆਰ ਨਾਲ ਸਮਝਾ ਰਹੇ, ਦੂਜਾ ਕੌਣ ਕਹਾਂ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ। ਕਹਿੰਦੇ ਸਾਰਿਆਂ ਦੇ ਵਿੱਚ ਉਹੀ ਮਾਲਕ, ਕਾਲਕ ਰਹਿਤ ਨਿਰੰਜਨ, ਸਾਰਿਆਂ ਦੇ ਵਿੱਚ ਉਹੀ ਹੈਗਾ ਭਾਈ ਰਹਾਓ। ਆਪਾਂ ਨੂੰ ਨਹੀਂ ਦਿਸਦਾ, ਆਪਾਂ ਤਾਂ ਫੱਟ ਦੇਣੀ ਜਿਹੜਾ ਹੈਗਾ ਦੂਸਰੇ ਨੂੰ, ਕਿੰਨਾ ਔਖਾ ਬੋਲ ਦਿੰਦੇ ਆ, ਕਿੰਨਾ ਜਿਹੜਾ ਹੈਗਾ ਅਗਲੇ ਨੂੰ ਜਿਹੜਾ ਹੈਗਾ ਦੁੱਖ ਦਿੰਦੇ ਆ। ਸਭ ਮੈਂ ਇੱਕ ਨਿਰੰਜਨ ਸੋਈ, ਦੂਜਾ ਕੌਣ ਕਹਾਂ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ ਰਹਾਓ। ਦੂਜੀ ਦੁਰਮਤ ਆਖੇ ਦੋਏ, ਕਹਿੰਦੇ ਜਿੱਥੇ ਦੂਜਾ ਨਜ਼ਰ ਆ ਗਿਆ ਸਮਝ ਲਓ ਆਪਣੇ ਅੰਦਰ ਭੈੜੀ ਮਤ ਆ ਗਈ, ਬਸ ਦੁਰਮਤ ਆ। ਕਹਿੰਦੀ ਦੂਜੀ ਕੀ ਹੈ, ਦੁਰਮਤ, ਭੈੜੀ ਮਤ। ਆਖੇ ਦੋਏ, ਆਪਾਂ ਦੋਏ ਕਹਿੰਦੇ ਆ। ਦੂਸਰਾ ਇਹ ਖਾਲੀ ਮੂੰਹ ਦੇ ਨਾਲ ਗੱਲਾਂ ਦੇ ਨਾਲ ਨਹੀਂ ਹੋਣਾ, ਇਹ ਪ੍ਰੈਕਟੀਕਲ ਚਾਹੀਦਾ, ਅੰਦਰੋਂ ਚਾਹੀਦਾ ਹੈ ਭਾਈ। ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰੇ ਦੂਜਾ ਹੋਏ। ਕਹਿੰਦੇ ਇਹਦੇ ਨਾਲ ਕੀ ਹੋਏਗਾ, ਕਹਿੰਦੇ ਇਹਦੇ ਨਾਲ ਤੂੰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹੇਗਾ, ਤੂੰ ਹੀ ਦੂਜਾ ਹੋ ਜਾਏਗਾ ਭਾਈ। ਤੂੰ ਰੱਬ ਦੇ ਨਾਲ ਇੱਕ ਹੋ ਹੀ ਨਹੀਂ ਸਕਦਾ, ਰੱਬ ਦੇ ਨਾਲ ਇੱਕ ਹੋ ਹੀ ਨਹੀਂ ਸਕਦਾ ਜਦ ਤੱਕ ਤੇਰੇ ਅੰਦਰ ਦੂਜਾ ਹੈ, ਜਦ ਤੱਕ ਤੇਰੇ ਅੰਦਰ ਦੂਸਰਾ ਭਾਵ ਹੈਗਾ। ਦੇਖੋ ਕਿੰਨਾ ਆਪਾਂ ਜਿਹੜੇ ਹੈਗੇ, ਕਿੰਨਾ ਇਹ ਆਪਣੀ ਹਉਮੈ ਜਿਹੜੀ ਹੈਗੀ, ਆਪਣਾ ਦੂਸਰਾ ਭਾਵ ਜਿਹੜਾ ਦੂਸਰੇ ਦੇ ਵਿੱਚ, ਦੂਸਰੇ ਦੇ ਨਾਲ ਜਿਹੜਾ ਹੈਗਾ ਨਹੀਂ ਮਾਫ਼ ਕਰਾਂਗੇ, ਨਹੀਂ ਉਹਦੇ ਵਿੱਚ ਜਿਹੜਾ ਹੈਗਾ ਪਰਮਾਤਮਾ ਨੂੰ ਦੇਖਾਂਗੇ, ਇੱਕ ਨੂੰ ਨਹੀਂ ਦੇਖਾਂਗੇ, ਤੇ ਲਾਸ ਤਾਂ ਆਪਾਂ ਨੂੰ ਹੋ ਰਿਹਾ ਨਾ, ਆਪਣਾ ਲਾਸ ਆਪਾਂ ਕਰ ਰਹੇ ਹਾਂ, ਦੂਸਰੇ ਤੋਂ ਥੋੜ੍ਹੇ ਨਾ ਕੁਛ ਕਰ ਰਹੇ ਹਾਂ ਆਪਾਂ। ਆਪਣਾ ਚਲੇ ਜਾਂਦਾ ਹੈ, ਆਉਂਦੇ ਜਾਂਦੇ ਆਪਾਂ ਰਹਿੰਦੇ ਹਾਂ, ਮਰ ਜਾਂਦੇ ਹਾਂ। ਮਨੁੱਖਾ ਜੂਨ ਆਪਣੀ ਜਾ ਰਹੀ ਹੈ, ਦੂਜੇ ਦਾ ਕੀ ਹੋ ਰਿਹਾ। ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰੇ ਦੂਜਾ ਹੋਏ। ਆਪਾਂ ਹੀ ਦੂਜੇ ਹੋ ਜਾਂਦੇ ਭਾਈ, ਮਾਲਕ ਤੋਂ ਖਤਮ ਪਰੇ ਹੋ ਗਏ, ਚਾਂਸ ਸੀਗਾ ਇੱਕ ਹੋਣ ਦਾ। ਧਰਨ ਗਗਨ ਨਹਿ ਦੇਖੋ ਦੋਏ, ਕਹਿੰਦੇ ਧਰਤੀ ਤੇ ਗਗਨ ਦੇ ਵਿੱਚ ਮੈਨੂੰ ਨਹੀਂ ਦੂਸਰਾ ਕੋਈ ਦਿਸ ਰਿਹਾ ਭਾਈ, ਕੋਈ ਦੂਸਰਾ ਨਹੀਂ ਨਜ਼ਰ ਆ ਰਿਹਾ। ਨਾਰੀ ਪੁਰਖ ਸਬਾਈ ਲੋਏ, ਕਹਿੰਦੇ ਨਾ ਕਿਸੇ ਔਰਤ 'ਚ ਨਾ ਕਿਸੇ ਇਨਸਾਨ 'ਚ, ਸਾਰੀ ਲੁਕਾਈ ਦੇ ਵਿੱਚ ਮੈਨੂੰ ਕੋਈ ਦੂਸਰਾ ਨਜ਼ਰ ਨਹੀਂ ਆ ਰਿਹਾ। ਰੱਬ ਸਸ ਦੇਖੋ ਦੀਪਕ ਉਜਿਆਲਾ, ਕਹਿੰਦੇ ਸੂਰਜ ਆ, ਚੰਦਰਮਾ ਹੈਗਾ, ਦੀਪਕ ਹੈਗੇ, ਉਜਿਆਲਾ ਇੰਨਾ ਛਾਇਆ, ਇੰਨਾ ਪ੍ਰਕਾਸ਼ ਹੈਗਾ। ਸਰਵ ਨਿਰੰਤਰ ਪ੍ਰੀਤਮ ਬਾਲਾ, ਕਹਿੰਦੇ ਸਾਰਿਆਂ ਦੇ ਅੰਦਰ ਤਾਂ ਉਹੀ ਮਾਲਕ ਮੇਰਾ ਪਰਮਾਤਮਾ ਜਿਹੜਾ ਹੈ, ਬਾਲ ਜਿਹੜਾ ਹੈਗਾ ਹਮੇਸ਼ਾ ਜਿਹੜਾ ਇੱਕ ਸਮਾਨ ਰਹਿੰਦਾ ਹੈ। ਮਾਲਕ ਪਰਮਾਤਮਾ ਬਾਲ ਆ, ਉਹ ਬਾਲ ਬੁੱਧ ਹੈ, ਔਰ ਬਾਲ ਬੁੱਧ ਦੇ ਨਾਲ ਮਿਲਣਾ ਹੈ। ਜਦ ਬਾਲਕ ਵਾਂਗੂ ਆਪਣੀ ਬੁੱਧੀ ਹੋਏਗੀ, ਮਾਲਕ ਦੀ ਬੁੱਧੀ ਬਾਲਕ ਵਾਂਗੂ ਹੈ, ਕਿਸੇ ਦਾ ਔਗਣ ਨਹੀਂ ਦੇਖਦਾ, ਸਾਰਿਆਂ ਨਾਲ ਪਿਆਰ ਕਰਦਾ ਉਹ। ਸਰਵ ਨਿਰੰਤਰ ਪ੍ਰੀਤਮ ਬਾਲਾ, ਕਰ ਕਿਰਪਾ ਮੇਰਾ ਚਿੱਤ ਲਾਇਆ। ਦੇਖ ਲਓ ਹੁਣ ਕਿਰਪਾ ਹੋ ਗਈ ਭਾਈ, ਚਿੱਤ ਲੱਗ ਗਿਆ, ਧਿਆਨ ਸਿਮਰਨ ਸ਼ੁਰੂ ਹੋ ਗਿਆ, ਚਿੱਤ ਲੱਗ ਗਿਆ। ਸਤਿਗੁਰੇ ਮੋਕੋ ਏਕ ਬੁਝਾਇਆ, ਆ ਗਏ ਸਤਿਗੁਰੂ। ਦੇਖ ਲਓ ਸਤਿਗੁਰੂ ਤੋਂ ਬਗੈਰ ਗੱਲ ਨਹੀਂ ਹੋਣੀ, ਚਿੱਤ ਲੱਗਣਾ ਹੀ ਨਹੀਂ ਹੈ। ਇੱਕ ਬੁਝਾ ਦਿੱਤਾ ਸਤਿਗੁਰੂ ਨੇ, ਧਿਆਨ ਸਿਮਰਨ ਸ਼ੁਰੂ ਕਰਤਾ ਤੇ ਚਿੱਤ ਲੱਗ ਗਿਆ। ਏਕ ਨਿਰੰਜਨ ਗੁਰਮੁਖ ਜਾਤਾ, ਆਹ ਦੇਖ ਲਓ ਫਿਰ ਆ ਗਏ ਸਤਿਗੁਰੂ, ਫਿਰ ਆ ਗਿਆ ਬ੍ਰਹਮ ਗਿਆਨ। ਕਹਿੰਦੇ ਇੱਕ ਨਿਰੰਜਨ ਜਿਹੜਾ ਹੈਗਾ ਕਾਲਕ ਤੋਂ ਰਹਿਤ, ਔਰ ਆਪਾਂ ਨੂੰ ਨਿਰੰਜਨ ਕਰਨ ਵਾਲਾ ਗੁਰੂ ਦੇ ਰਾਹੀਂ ਜਾਣ ਲਿਆ ਪਾਏ। ਦੂਜਾ ਮਾਰ ਸ਼ਬਦ ਦੇ ਪਛਾਤਾ, ਡੁਆਲਿਟੀ ਚਲੇ ਗਈ, ਕੋਈ ਦੂਸਰਾ ਨਹੀਂ ਨਜ਼ਰ ਆਉਂਦਾ, ਸ਼ਬਦ ਦੇ ਦੁਆਰਾ ਪਛਾਣ ਲਿਆ ਉਹਨੂੰ।
ਏਕੋ ਹੁਕਮ ਵਰਤੇ ਸਭ ਲੋਈ। ਸਾਰੀ ਸ੍ਰਿਸ਼ਟੀ ਦੇ ਵਿੱਚ ਉਸੇ ਮਾਲਕ ਪਰਮਾਤਮਾ ਦਾ ਹੁਕਮ, ਉਸੇ ਦੇ ਆਰਡਰ, ਉਸੇ ਦੀ ਖੇਡ ਚੱਲ ਰਹੀ ਹੈ। ਉਹੀ ਉਹਦਾ ਜਿਹੜਾ ਕੰਟਰੋਲਰ ਹੈਗਾ। ਏਕੋ ਹੁਕਮ ਵਰਤੈ ਸਭ ਲੋਈ, ਏਕਸ ਤੇ ਸਭ ਉਪਤ ਹੋਈ। ਸਾਰੀ ਜਿਹੜੇ ਜੋ ਕੁਛ ਵੀ ਦੇ ਰਿਹਾ ਉਤਪੱਤੀ ਉਸ ਮਾਲਕ ਪਰਮਾਤਮਾ ਤੋਂ ਹੋਈ ਹੈ। ਸਭ ਦਾ ਮਾਂ ਪਿਓ ਉਹੀ ਮਾਲਕ ਪਰਮਾਤਮਾ ਹੈਗਾ ਭਾਈ, ਸਾਰਿਆਂ ਦਾ ਹੈਗਾ। ਜਿਵੇਂ ਆਪਾਂ ਹੈਗੇ ਉਵੇਂ ਦੂਸਰਾ ਹੈਗਾ। ਸਾਰੇ ਇੱਕ ਬਰਾਬਰ ਹੈਗੇ ਭਾਈ, ਸਾਰੇ ਇੱਕ ਬਰਾਬਰ ਹੈਗੇ। ਸਾਰਿਆਂ ਦਾ ਹੱਕ ਹੈ। ਜਿਵੇਂ ਆਪਣਾ ਹੱਕ ਹੈ ਕਿਸੇ ਵੀ ਚੀਜ਼ ਤੇ, ਸਾਰਿਆਂ ਦਾ ਉਸ ਚੀਜ਼ ਤੇ ਹੱਕ ਹੈ। ਆਪਾਂ ਨੂੰ ਮਾਲਕ ਨੇ ਆਪਣੇ ਕਰਮ ਹੈਗੇ, ਆਪਾਂ ਨੂੰ ਅਮੀਰ ਬਣਾ ਦਿੱਤਾ ਤੇ ਆਪਾਂ ਸਮਝੀਏ ਵੀ ਦੂਸਰਾ ਜਿਹੜਾ ਹੈਗਾ ਦੂਸਰੇ ਦਾ ਓਨਾ ਹੀ ਹੱਕ ਆ ਪਿਆਰਿਆ। ਮਾਲਕ ਨੇ ਤੈਨੂੰ ਜਿਹੜਾ ਹੈਗਾ, ਮਾਲਕ ਨੇ ਕਿਰਪਾ ਕੀਤੀ ਹੋਈ, ਵੰਡ ਕੇ ਖਾ। ਏਕੋ ਹੁਕਮ ਵਰਤੈ ਸਭ ਲੋਈ, ਏਕ ਹਸਤੇ ਸਭ ਉਪਤ ਹੋਈ। ਰਾਹ ਦੋਵੇਂ ਖਸਮ ਏਕੋ ਜਹਾਨ। ਲਿਵ ਔਰ ਤਾਤ ਮਾਇਆ ਦਾ ਔਰ ਮਾਲਕ ਪਰਮਾਤਮਾ ਦਾ ਰਸਤੇ ਦੋ ਹੈਗੇ। ਖਸਮ ਇੱਕੋ ਹੀ ਹੈ ਕਹਿੰਦੇ, ਇਹਨਾਂ ਦਾ ਮਾਲਕ ਇੱਕੋ ਹੀ ਹੈ। ਅੱਜ ਉਹ ਖੇਡ ਚੱਲ ਰਹੀ ਹੈ, ਇਹਦਾ ਵੀ ਕੰਟਰੋਲਰ, ਇਹਦਾ ਵੀ ਮਾਲਕ, ਇਹਨਾਂ ਨੂੰ ਵੀ ਦੇਖਣ ਵਾਲਾ, ਇਹਨਾਂ ਦੀ ਵੀ ਸਾਰ ਲੈਣ ਵਾਲਾ ਉਹੀ ਹੈਗਾ। ਜਿਹੜੇ ਧਿਆਨ ਸਿਮਰਨ ਕਰ ਰਹੇ ਆ ਉਹਨਾਂ ਦੀ ਵੀ ਸਾਰ ਲੈਣ ਵਾਲਾ ਉਹੀ ਹੈ। ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੇ ਸ਼ਬਦੇ ਹੁਕਮ ਪਛਾਣ। ਬਸ ਕਹਿੰਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੀ ਮੱਤ ਲੈ ਲਾ ਪਹਿਲਾਂ, ਗੁਰੂ ਦੀ ਮੱਤ ਲੈ ਕੇ ਧਿਆਨ ਸਿਮਰਨ ਕਰ, ਧਿਆਨ ਸਿਮਰਨ ਕਰਕੇ ਸ਼ਬਦ ਅੰਦਰ ਪ੍ਰਗਟ ਹੋ ਜਾਏਗਾ। ਹੁਕਮ ਨੂੰ ਪਛਾਣ ਲਾ ਪਿਆਰਿਆ, ਆਹੀ ਹੁਕਮ ਹੈਗਾ। ਗੁਰ ਕੇ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ। ਸਾਰੇ ਜੋ ਕੁਛ ਵੀ ਦਿਖ ਰਿਹਾ ਆਕਾਰ, ਸਾਰੇ ਰੂਪ ਵਰਨ ਜੋ ਕੁਛ ਵੀ ਦੇਖ ਰਿਹਾ ਆ ਮਨ, ਸਾਰੇ ਉਹ ਮਾਲਕ ਪਰਮਾਤਮਾ ਸਾਰਿਆਂ ਦੇ ਵਿੱਚ ਹੈਗਾ। ਸਗਲ ਰੂਪ ਵਰਨ ਮਨ ਮਾਹੀ। ਅੰਦਰ ਮਨ ਦੇ ਆ, ਉਹਨੇ ਮਨ ਤੋਂ ਪ੍ਰਗਟ ਹੋਣਾ ਹੈ ਮਾਲਕ ਪਰਮਾਤਮਾ ਨੇ। ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ। ਇਸ ਕਰਕੇ ਮਹਾਰਾਜ ਕਹਿ ਰਹੇ ਭਾਈ, ਉਸ ਸਿੱਖ ਨੂੰ, ਉਸ ਮਾਲਕ ਪਰਮਾਤਮਾ ਨੂੰ, ਉਸੇ ਨੂੰ ਸਲਾਉਣਾ ਬਣਦਾ ਹੈ ਭਾਈ। ਉਹੀ ਖਸਮ ਹੈ ਦੋਨੋਂ ਰਸਤਿਆਂ ਦਾ, ਉਹੀ ਉਤਪੱਤੀ ਕਰਨ ਵਾਲਾ ਹੈ ਮਾਲਕ ਪਰਮਾਤਮਾ। ਉਤਪਤ ਪਰ ਲੋ। ਹਾਂਜੀ, ਆਪਾਂ ਨੂੰ ਦੇਖੋ ਜੀ, ਆਹੀ ਆ ਜਿਹੜੀ ਦੂਜੀ ਮਾਇਆ ਆਪਾਂ ਨੂੰ ਇਹੀ ਸੱਚ ਲੱਗ ਰਹੀ ਆ। ਦੇਖੋ ਕਿੱਡਾ ਭਰਮ ਪਿਆ ਹੋਇਆ ਵਾ। ਮੈਂ ਹੈਰਾਨ ਹੋ ਰਿਹਾ ਇਹ ਹੁਕਮ ਪੜ ਕੇ। ਦੇਖੋ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਦੇਖ ਲਓ ਕਿੰਨਾ ਜ਼ਬਰਦਸਤ ਹੈ ਨਾ, ਕਿੰਨਾ ਕੱਚ ਨੂੰ ਇੰਨਾ ਜ਼ਿਆਦਾ ਚਮਕਾ ਕੇ ਸੱਚ ਬਣਾ ਕੇ ਰੱਖਿਆ ਮਾਲਕ ਨੇ, ਪਲੋਸ ਕੇ। ਇਹੀ ਤਾਂ ਆਪਾਂ ਰੱਸੀ ਨੂੰ ਸੱਪ ਸਮਝ ਰਹੇ ਹਾਂ। ਬਿਲਕੁਲ ਸਮਝ ਰਹੇ ਹਾਂ, ਬਿਲਕੁਲ ਸਮਝ ਰਹੇ। ਇਹੀ ਤਾਂ ਹੈਗਾ, ਇਹੀ ਹੈਗਾ ਭਾਈ। ਔਰ ਆਪਾਂ ਨੇ ਉੱਡ ਜਾਣਾ ਹੈ, ਸਮਾਂ ਆਪਣਾ ਨਿਕਲ ਜਾਣਾ ਹੈ, ਉਮਰ ਆਪਣੀ ਖਤਮ ਹੋ ਜਾਣੀ ਹੈ। ਹਾਂਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਇਸ ਤਰ੍ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਇਸ ਤਰ੍ਹਾਂ ਲੱਗਦਾ ਜਿਵੇਂ ਨਾ ਕਿਤੋਂ ਹੋਰ ਮੰਡਲ ਤੋਂ ਥੱਲੇ ਆ ਗਏ। ਇੰਨਾ ਜਿਹੜਾ ਹੈਗਾ ਦੇਖੋ ਸੁਰਤ, ਕਿੰਨਾ ਗਿਆਨ ਹੈ, ਕਿੰਨਾ ਗਿਆਨ ਹੈ। ਇਸ ਤਰ੍ਹਾਂ ਆਪਾਂ ਜੇ ਬਾਣੀ ਜਿਹੜੀ ਹੈ ਇਸ ਵਾਸਤੇ ਹੈਗੀ ਭਾਈ, ਇਹਨੂੰ ਪਿਆਰ ਦੇ ਨਾਲ ਵਿਚਾਰਨਾ ਹੈ ਬਾਣੀ ਨੂੰ। ਦੇਖੋ ਕਿੰਨੇ ਹੀਰੇ ਮੋਤੀ ਲੱਭਦੇ ਇਹਦੇ ਵਿੱਚੋਂ। ਕਿੰਨਾ ਦਾ ਖੁੱਲ ਗਿਆ ਜੀ, 1 ਸੈਕਿੰਡ। ਹਾਂਜੀ, ਬੰਦ ਕਰ ਦਿਓ ਜੀ। ਮਾਈਕ ਕਿਸੇ ਦਾ ਖੁੱਲਦਾ ਹੈ ਬਾਰ-ਬਾਰ, ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿੰਨੇ ਦਾ ਖੁੱਲ ਰਿਹਾ ਜੀ। ਵਾਹਿਗੁਰੂ।
ਵਾਹਿਗੁਰੂ